गल याद आउंदी आ भगत सिंह दी, ते वो कहिंदे सी कि गोरे साहब चले जाने ने ते भूरे साहब आ जाने ने, फर्क बहुता नहीं पैना। ये 100 साल पुरानी यादगार नूं भी बिल्कुल मिटा देवांगे, नवें तरीके दी बना देंगे, ते जदों उत्थे अज दे बच्चे जाणगे ते उन्हां नूं वो सारियां चीज़ां नज़र नहीं आउणगीਆਂ, वो खूह नज़र नहीं आवेगा, ते वो इस चीज़ नूं अपने मन नाल चितव नहीं सकणगे कि इत्थे इन्ने लोक दौड़ भज दे दौरान गोलियां लगे सी ते जख्मी होकर उस विच डिग गए ते वो मर गए। असीं देखदे हां बहुत सारे गुरुद्वारा, गुरु घर, बहुत सारियां मस्जिदां जिन्हां नूं तोड़न लगे असीं मिनट नहीं लाउंदे ते सिर्फ और सिर्फ संगमरमर जां पत्थर ला के कह दिंदे हां कि असीं उन्हां नूं बचा लिया। असीं जाणदे हां इस सरकार बनन तो पहलां जिहड़ी सितंबर तो लैके मार्च तक एक 6 महीने सरकार रही, जिहनूं 111 दिन दी सरकार भी कहने आ, ਉਹਦੇ ਮੁੱਖ ਮੰਤਰੀ ਨੂੰ ਅਸੀਂ ਐਲਾਨਜੀਤ ਕਹਿਣ ਲੱਗ ਗਏ ਸੀ। ਬਿਜਲੀ ਸਸਤੀ ਹੋਣ ਦੀਆਂ ਗੱਲਾਂ ਹੋਈਆਂ ਸਨ, ਉਹ ਸਸਤੀ ਹੋਈ ਹੈ, ਸਸਤੀ ਹੋਵੇਗੀ, ਕਦੋਂ ਹੋਈ ਹੈ, ਕਿਹੜੀ ਮੀਟਿੰਗ ਹੋਈ ਹੈ, ਕੀ ਉਹਦਾ ਕੋਈ ਨੋਟੀਫਿਕੇਸ਼ਨ ਜਾਰੀ ਹੋਇਆ ਹੈ, ਅੱਲਾ ਜਾਣੇ। ਉਹ ਕੇਜਰੀਵਾਲ ਸਾਹਿਬ ਨੇ ਜਦੋਂ ਚੋਣ ਮੈਨੀਫੈਸਟੋ ਬਣਾਇਆ ਸੀ ਜਾਂ ਜਦੋਂ ਚੋਣ ਪ੍ਰਚਾਰ ਦਾ ਆਰੰਭ ਕੀਤਾ ਸੀ ਤੇ ਉਹਨਾਂ ਨੇ ਗੱਲ ਕੀਤੀ ਸੀ ਕਿ ਇਹ ਲੋਕ ਜਿਹੜੇ ਨੇ, ਬਾਕੀ ਸਿਆਸੀ ਧਿਰਾਂ ਜਿਹੜੀਆਂ ਨੇ ਉਹ ਵਾਅਦੇ ਕਰਦੀਆਂ ਨੇ ਜਾਂ ਦਾਅਵੇ ਕਰਦੇ ਨੇ ਤੇ ਅਸੀਂ ਗਰੰਟੀਆਂ ਦੇਵਾਂਗੇ, ਪਰ ਹਾਲ ਜਿਹੜਾ ਹੈ ਉਹ ਸਿਰਫ ਸ਼ਬਦਾਂ ਦੇ ਹੇਰ-ਫੇਰ ਤੋਂ ਗੱਲ ਅੱਗੇ ਵਧੀ ਨਹੀਂ। 117 ਚੋਂ 92 ਸੀਟਾਂ ਦਾ ਮੈਂਡੇਟ ਜਿੰਨਾ ਇਸ ਸਰਕਾਰ ਨੂੰ ਮਿਲਿਆ ਹੈ, ਉਸ ਸਪੀਡ ਦੇ ਨਾਲ ਦੌੜੇ ਭੱਜੇ ਤਾਂ ਜ਼ਰੂਰ ਫਿਰਦੇ ਨੇ, ਪਰ ਉਹ ਜਿਹੜੀ ਦੌੜ ਭਜਾਈ ਆ ਉਹ ਇੱਕ ਬਿਲਕੁਲ ਬਚਕਾਨਾ ਜੀ ਲੱਗਦੀ ਆ। ਮੂਲ ਰੂਪ ਦੇ ਵਿੱਚ ਕੋਈ ਫੈਸਲੇ ਜਿਹੜੇ ਨੇ ਉਹ ਨਜ਼ਰ ਨਹੀਂ ਆ ਰਹੇ। ਸਰਕਾਰ ਨੇ ਉਹ ਕਾਨੂੰਨ ਤੇ ਵਾਪਸ ਲੈ ਲਏ, ਪਰ ਉਹਨਾਂ ਨੂੰ ਟੇਢੇ ਮੇਢੇ ਢੰਗ ਨਾਲ ਜਾਰੀ ਕਰਨਾ ਜਿਹੜਾ ਆ ਉਹ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਦੇ ਵਿੱਚ ਉਹ ਲੱਗੇ ਰਹਿੰਦੇ ਨੇ। ਪੂਰੀ ਦੁਨੀਆ ਦੇ ਵਿੱਚ ਜਿਹੜੀ ਆ ਉਹ ਅਨਾਜ ਵਾਲੀਆਂ ਚੀਜ਼ਾਂ ਦੀ ਜਿਹੜੀ ਕੀਮਤ ਆ, ਜਿਹੜੀ ਡਿਮਾਂਡ ਆ ਉਹ ਕਾਫੀ ਆ, ਤੇ ਡਿਮਾਂਡ ਕਾਫੀ ਹੋਣ ਕਰਕੇ ਜਿਹੜੀ ਕੀਮਤ ਆ ਉਹ ਵੱਧ ਮਿਲਣ ਦੇ ਅਸਾਰ ਨੇ। ਕਿ ਉਹ ਜਿਹੜਾ ਸੀਲੋ ਆ ਉਹ ਬਣਾਇਆ ਜ਼ਰੂਰ ਅਡਾਨੀ ਨੇ ਹੈ, ਪਰ ਉਹ ਅਗਲੇ ਆਉਣ ਵਾਲੇ 2-3 ਸਾਲਾਂ ਤੱਕ ਲਗਭਗ 2025 ਤੱਕ FCI ਕੋਲੇ ਕਿਰਾਏ ਤੇ ਦਿੱਤਾ ਹੋਇਆ। ਪਰ ਇਹ ਤੁਸੀਂ ਇਹ ਦੇਖੋ ਕਿ ਉਹਦੇ 'ਚ FCI ਦੀ ਵੀ ਚਾਲ ਹੋ ਸਕਦੀ ਹੈ, ਸਰਕਾਰ ਦੀ ਵੀ ਉਹਦੇ ਵਿੱਚ ਕੁਝ ਹਿੱਸੇਦਾਰੀ ਹੋ ਸਕਦੀ ਹੈ ਕਿ ਉਸ ਕਣਕ ਦੀ ਖਰੀਦ ਮੰਡੀ ਵਿੱਚ ਨਾ ਹੋ ਕੇ ਸਿੱਧੀ ਦੀ ਸਿੱਧੀ ਜਿਹੜੀ ਆ ਉਹ ਸੀਲੋ 'ਚ ਹੁੰਦੀ ਹੈ। ਜੇਕਰ ਇੱਕ ਵਾਰ ਕਿਸਾਨਾਂ ਨੂੰ ਇਹ ਆਦਤ ਬਣੇਗੀ, ਮੰਡੀ ਉਹ ਅਗਲੀ ਵਾਰ ਨਹੀਂ ਜਾਣਗੇ, ਤੇ ਸਰਕਾਰ ਕੋਲ ਉਹ ਬਹਾਨਾ ਹੋਵੇਗਾ ਕਿ ਮੰਡੀ ਤੇ ਦੇਖੋ ਜੀ ਹੁਣ ਕੋਈ ਆਉਂਦਾ ਨਹੀਂ ਤੇ ਅਸੀਂ ਮੰਡੀਆਂ ਬੰਦ ਕਰ ਦਿੰਦੇ ਹਾਂ। 1928 ਅੱਜ ਤੋਂ 96 ਵਰੇ ਪਹਿਲਾਂ ਭਗਤ ਸਿੰਘ ਬੋਲਦੇ ਨੇ ਕਿ ਭਾਰਤ ਵਿੱਚ ਦੰਗੇ ਹੋਣ ਲਈ ਧਰਮ ਹੀ ਕਾਫੀ। ਅਸੀਂ ਅਕਸਰ ਇਹ ਗੱਲ ਕਰਦੇ ਸੀ ਕਿ ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਵੈਰ ਰੱਖਣਾ, ਪਰ ਜਦੋਂ ਅਸੀਂ ਅਸਲੀਅਤ ਦੇਖਦੇ ਹਾਂ, ਗਰਾਊਂਡ ਰਿਐਲਿਟੀ ਤੇ ਜਾਂਦੇ, ਤੇ ਫਿਰ ਕਦੀ-ਕਦੀ ਨੀਤਾ ਜੀ ਇੱਦਾਂ ਹੀ ਲੱਗਦਾ ਕਿ ਮਜ਼ਹਬ ਹੀ ਸਿਖਾਤਾ ਆਪਸ ਮੇਂ ਵੈਰ। ਅਸੀਂ ਜਾਣਦੇ ਹਾਂ ਕਿ ਭਾਰਤ ਦੇ ਕਾਨੂੰਨ ਦੇ ਅਨੁਸਾਰ ਜੇਕਰ ਕਿਸੇ ਨੇ ਕਿਸੇ ਦਾ ਕੁਝ ਵੀ ਦੇਣਾ ਹੋਵੇ ਤੇ ਉਹਦੀ ਛੱਤ ਨਹੀਂ ਉਹ ਤੋਂ ਖੋਈ ਜਾ ਸਕਦੀ, ਪਰ ਮੱਧ ਪ੍ਰਦੇਸ਼ ਦੀ ਸਰਕਾਰ ਬੁਲਡੋਜ਼ਰ ਲੈ ਕੇ ਜਾਂਦੀ ਹੈ ਤੇ ਇੱਕ ਖਾਸ ਫਿਰਕੇ ਦੇ ਘਰ ਜਿਹੜੇ ਨੇ, ਦੁਕਾਨਾਂ ਜਿਹੜੀਆਂ ਨੇ ਉਹ ਢਾਹ ਦਿੱਤੀਆਂ ਜਾਂਦੀਆਂ ਨੇ। ਗ੍ਰਹਿ ਮੰਤਰੀ ਜਿਹੜੇ ਪ੍ਰਦੇਸ਼ ਦੇ ਨੇ ਉਹ ਕਹਿੰਦੇ ਨੇ ਕਿ ਜਿਨ੍ਹਾਂ ਘਰਾਂ 'ਚੋਂ ਪੱਥਰ ਆਏ ਸਨ ਉਹਨਾਂ ਦੇ ਘਰਾਂ ਨੂੰ ਪੱਥਰ ਬਣਾ ਦਿੱਤਾ ਜਾਵੇ। ਕੀ ਅਸੀਂ ਇਸ ਤਰੀਕੇ ਦੇ ਨਾਲ ਉਚਾਈ ਵੱਲ ਨੂੰ ਜਾ ਰਹੇ ਹਾਂ ਜਾਂ ਨਿਮਾਣ ਵੱਲ ਨੂੰ ਜਾ ਰਹੇ ਹਾਂ, ਜਾਂ ਫਿਰ ਕਿਤੇ ਅਸੀਂ ਵੀ ਆਪਣੇ ਮੁਲਕ ਨੂੰ ਹਿੰਦੂਵਾਦੀ ਮੁਲਕ ਬਣਾਉਂਦੇ ਕਿਤੇ ਤਾਲੀਬਾਨੀ ਦੇਸ਼ ਤਾਂ ਨਹੀਂ ਬਣਾ ਲਵਾਂਗੇ। ਪੁਲਾਂ ਦੇ ਵਿੱਚ ਜਾਂ ਉਸ ਤੋਂ ਵੀ ਪਹਿਲਾਂ ਜਦੋਂ ਪ੍ਰਧਾਨ ਮੰਤਰੀ ਇਜ਼ਰਾਈਲ ਗਏ ਤੇ ਉੱਥੋਂ ਇਹਨਾਂ ਨੇ $2 ਅਰਬ ਦੇ ਰੱਖਿਆ ਸਮਝੌਤੇ ਕੀਤੇ ਇਜ਼ਰਾਈਲ ਦੇ ਨਾਲ, ਤੇ ਕਿਹਾ ਜਾਂਦਾ ਕਿ ਭਾਰਤ ਨੇ ਉਦੋਂ ਇਹ ਉੱਥੋਂ ਖਰੀਦਿਆ ਸੀ। ਬਾਅਦ ਵਿੱਚ ਚੀਫ ਜਸਟਿਸ ਤੱਕ ਦੇ ਨੰਬਰ ਉਹਦੇ ਵਿੱਚੋਂ ਲੱਭੇ ਗਏ ਕਿ ਦੱਸਿਆ ਗਿਆ ਕਿ ਉਹ ਭਾਰਤ ਵਿੱਚ ਕੋਈ ਵੀ ਵਿਅਕਤੀ ਜਿਹੜਾ ਅਤੀ ਵਿਸ਼ਿਸ਼ਟ ਸੀ, ਜਿਹੜਾ ਮਸ਼ਹੂਰ ਸੀ, ਜਿਹੜਾ ਮਹੱਤਵਪੂਰਨ ਸੀ, ਜਿਹਦੀ ਫੋਨ ਦੀ ਗੱਲਬਾਤ, ਜਿਹਦੀ ਸੋਸ਼ਲ ਮੀਡੀਆ ਦੀ ਗੱਲਬਾਤ ਭਾਰਤ ਸਰਕਾਰ ਜਾਣਨਾ ਚਾਹੁੰਦੀ ਸੀ, ਉਹ ਇਸ ਫੋਨ ਤੋਂ ਬਚਿਆ ਨਹੀਂ ਰਿਹਾ। पंजाबी नेशनल टीवी देख रहे तमाम दर्शकों का स्वागत है जी। मैं हाँ नीता, प्रोग्राम है जी विचार चर्चा, ਤੇ ਅੱਜ ਦੇ ਵਿਚਾਰਾਂ ਉੱਤੇ ਚਰਚਾ ਕਰਨ ਲਈ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਅੰਮ੍ਰਿਤ ਸ਼ਰਮਾ ਜੀ। ਸ਼ਰਮਾ ਜੀ, ਤੁਹਾਡਾ ਸਟੂਡੀਓ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਨੀਤਾ ਜੀ, ਬਹੁਤ-ਬਹੁਤ ਸ਼ੁਕਰੀਆ ਜੀ। ਦੋਸਤੋ, ਅੱਜ ਹੈ 13 ਅਪ੍ਰੈਲ, ਵਿਸਾਖੀ ਦਾ ਦਿਹਾੜਾ ਹੈ। ਅਸੀਂ ਆਪਣੇ ਸਾਰੇ ਦਰਸ਼ਕਾਂ ਨੂੰ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਹਾਂ। ਤੇ ਇੱਕ ਸੀ 13 ਅਪ੍ਰੈਲ 1919 ਦਾ ਦਿਨ। ਇਹ ਉਹ ਕੈਲੰਡਰ ਦੀ ਉਹ ਵਾਲੀ ਤਾਰੀਖ ਹੈ ਜਿਸ ਨੂੰ ਅਸੀਂ ਭੁਲਾ ਨਹੀਂ ਸਕਦੇ ਕਦੇ ਵੀ, ਕਿਉਂਕਿ ਇਸ ਦਿਨ ਜਲਿਆਂਵਾਲੇ ਬਾਗ ਅੰਮ੍ਰਿਤਸਰ ਵਿੱਚ ਬ੍ਰਿਟਿਸ਼ ਸਰਕਾਰ ਦੇ ਜਨਰਲ ਡਾਇਰ ਨੇ ਹਜ਼ਾਰਾਂ ਨਿਹੱਥੇ ਭਾਰਤੀਆਂ ਉੱਤੇ ਗੋਲੀਆਂ ਦਾ ਮੀਂਹ ਵਰਸਾ ਦਿੱਤਾ ਸੀ। ਅਸੀਂ ਸਾਰੇ ਉਹਨਾਂ ਦੀ ਸ਼ਹਾਦਤ ਨੂੰ ਸਲਾਮ ਕਰਦੇ ਹਾਂ, ਸ਼ਰਧਾਂਜਲੀ ਦਿੰਦੇ ਹਾਂ। ਨੀਤਾ ਜੀ, ਤੁਸੀਂ ਬਿਲਕੁਲ
ਵਿਸਾਖੀ ਦੀ ਵਧਾਈ ਵੀ ਦਿੱਤੀ ਤੇ 13 ਅਪ੍ਰੈਲ 1919 ਨੂੰ ਵੀ ਯਾਦ ਕੀਤਾ। ਜੀ ਉਹ ਜਲਿਆਂਵਾਲਾ ਬਾਗ 100 ਸਾਲ ਤੋਂ ਵੀ ਪੁਰਾਣੀ ਉਹ ਕਹਾਣੀ 1919 ਦੀ, ਤੇ ਪਿਛਲੇ ਸਾਲ ਹੀ ਇਸ ਬਾਗ ਦਾ ਨਵੀਨੀਕਰਨ ਕਰ ਦਿੱਤਾ ਗਿਆ ਤੇ ਪਿਛਲੇ ਸਾਲ ਇਸ ਬਾਗ ਨੂੰ ਕਰੋਨਾ ਦੇ ਚੱਲਦਿਆਂ ਕੁਝ ਲੇਟ ਹੋ ਗਿਆ ਸੀ, ਪਰ ਉਹ ਦੇਸ਼ ਨੂੰ ਸਮਰਪਿਤ ਕਰ ਦਿੱਤਾ ਗਿਆ। ਪੂਰਾ ਸਮਾਂ ਇਸ ਚੀਜ਼ ਦਾ ਰੌਲਾ ਪੈਂਦਾ ਰਿਹਾ ਕਿ ਉਸ ਯਾਦਗਾਰ ਨੂੰ ਖਰਾਬ ਕਰ ਦਿੱਤਾ ਗਿਆ, ਮਿਟਾ ਦਿੱਤਾ ਗਿਆ। ਉਹਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਉਹਨਾਂ ਦੀ ਪੱਟੀ ਜਿਹੜੀ ਆ ਉਹ ਖਰਾਬ ਕਰ ਦਿੱਤੀ ਗਈ। ਉੱਥੇ ਬਹੁਤ ਸਾਰੀਆਂ ਐਸੀਆਂ ਯਾਦਗਾਰਾਂ ਸਨ, ਬਹੁਤ ਸਾਰੀਆਂ ਐਸੀ ਚਿੰਨ੍ਹ ਸਨ, ਬਹੁਤ ਸਾਰੀਆਂ ਐਸੀਆਂ ਚੀਜ਼ਾਂ ਸਨ ਜਿਹੜੀਆਂ ਸਾਨੂੰ ਉਹਨਾਂ ਦਿਨਾਂ ਦੀ ਯਾਦ ਕਰਵਾਉਂਦੀਆਂ ਸੀ। ਜੀ ਜੀ ਅਸੀਂ ਅਕਸਰ ਇਹਨਾਂ ਗੱਲਾਂ ਨੂੰ ਯਾਦ ਕਰਦੇ ਹਾਂ ਕਿ ਸਾਡੇ ਇਸ ਮੁਲਕ ਦੇ ਵਿੱਚ ਜਾਂ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਇਤਿਹਾਸ ਨਾਲ ਛੇੜਖਾਨੀ ਕਰਨ ਦਾ ਇੱਕ ਰਿਵਾਜ ਬਣ ਗਿਆ। ਬਿਲਕੁਲ। ਹਾਲਾਂਕਿ ਗੱਲ ਕਿਸੇ ਹੋਰ ਪਾਸੇ ਚਲੀ ਗਈ। ਪ੍ਰਧਾਨ ਮੰਤਰੀ ਨੇ ਤੇ ਯੂਪੀ ਦੇ ਮੁੱਖ ਮੰਤਰੀ ਨੇ ਅੱਜ ਦੇ ਇਸ ਦਿਨ ਲਈ ਦੇਸ਼ ਵਾਸੀਆਂ ਨੂੰ ਵਧਾਈ ਵੀ ਦਿੱਤੀ ਹੈ ਤੇ ਉਸ ਦਿਨ ਨੂੰ ਯਾਦ ਕਰਦਿਆਂ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਵੀ ਕੀਤੇ ਨੇ। ਪਰ ਨਾ ਤੇ ਪ੍ਰਧਾਨ ਮੰਤਰੀ ਤੇ ਨਾ ਹੀ ਯੂਪੀ ਦੇ ਮੁੱਖ ਮੰਤਰੀ ਨੇ ਉਸ ਗੱਲ ਤੇ ਕੋਈ ਗੱਲ ਗੋਲੀ ਹੈ, ਕੋਈ ਕੰਨੀ ਫੜੀ ਹੈ ਕਿ ਜੋ ਵੀ ਉਸ ਬਾਗ ਦੇ ਨਾਲ ਛੇੜਖਾਨੀ ਹੋਈ ਜਾਂ ਜੋ ਲੋਕਾਂ ਦੀ ਉਸ ਸਮੇਂ ਨੂੰ ਲੈ ਕੇ ਡਿਮਾਂਡ ਸੀ ਉਹਦੇ ਤੇ ਕੋਈ ਕੰਨ ਧਰਿਆ ਗਿਆ। ਬਿਲਕੁਲ ਤੁਸੀਂ ਦੱਸਿਆ ਕਿ 1919 ਦੇ ਵਿੱਚ ਆਜ਼ਾਦੀ ਦੀ ਲੜਾਈ ਲੜਦੇ ਸੀ ਲੋਕ, ਵੱਖ-ਵੱਖ ਜਦੋਂ ਸਰਕਾਰ ਅੰਗਰੇਜ਼ਾਂ ਦੀ ਵਿਰੋਧ ਕਰਦੀ ਸੀ ਇਹਨਾਂ ਦੇ ਲਈ ਕੁਝ ਅਜਿਹਾ ਲੈ ਕੇ ਆਉਂਦੀ ਸੀ ਜਿਹੜਾ ਇਹਨਾਂ ਨੂੰ ਮਨਜ਼ੂਰ ਨਹੀਂ ਸੀ ਹੁੰਦਾ। ਰੋਲਟ ਐਕਟ ਸੀ, ਉਹਦੇ ਖਿਲਾਫ ਉੱਥੇ ਇਕੱਠੇ ਹੋਏ ਸੀ ਤੇ ਗੋਲੀਆਂ ਚੱਲੀਆਂ ਤੇ ਬਹੁਤ ਸਾਰੇ ਲੋਕ ਜਿਹੜੇ ਮਾਰ ਦਿੱਤੇ ਗਏ। ਇਹੋ ਜਿਹਾ ਸਰਕਾਰਾਂ ਦਾ ਵਿਰੋਧ ਸਮੇਂ-ਸਮੇਂ ਤੇ ਚੱਲਦਾ ਰਹਿੰਦਾ। ਅਸੀਂ ਪਿਛਲੇ ਸਮੇਂ ਦੇ ਵਿੱਚ ਵੀ ਕਿਸਾਨ ਅੰਦੋਲਨ ਦੇਖਿਆ ਜਿੱਥੇ ਬਿਲਕੁਲ ਸਰਕਾਰ ਦੇ ਖਿਲਾਫ ਲੋਕਾਂ ਨੇ ਵਿਰੋਧ ਕੀਤਾ, ਪਰ ਕਿਉਂਕਿ ਉਹ ਗੈਰਾਂ ਦੀ ਸਰਕਾਰ ਸੀ ਤੇ ਉਹਨਾਂ ਨੇ ਬਹੁਤ ਸਾਰੇ ਲੋਕ ਮਾਰ ਦਿੱਤੇ ਗਏ। ਪਰ ਸਮਾਂ ਅੱਜ ਵੀ ਉਹੋ ਜਿਹਾ ਹੀ ਹੈ, ਸਰਕਾਰਾਂ ਜਿਹੜੀਆਂ ਨੇ ਅੱਜ ਵੀ ਉਹੋ ਜਿਹੀਆਂ ਹੀ ਨੀਤੀਆਂ ਅਪਣਾਉਂਦੀਆਂ ਨੇ। ਫਿਰ ਗੱਲ ਯਾਦ ਆਉਂਦੀ ਆ ਭਗਤ ਸਿੰਘ ਦੀ, ਤੇ ਉਹ ਕਹਿੰਦੇ ਸੀ ਕਿ ਗੋਰੇ ਸਾਹਿਬ ਚਲੇ ਜਾਣੇ ਨੇ ਤੇ ਭੂਰੇ ਸਾਹਿਬ ਆ ਜਾਣੇ ਨੇ, ਫਰਕ ਬਹੁਤਾ ਨਹੀਂ ਪੈਣਾ। ਜੀ ਚੰਗਾ ਹੋਵੇ ਜੇ ਸਰਕਾਰਾਂ ਇਸ ਗੱਲ ਤੇ ਧਿਆਨ ਦੇਣ ਕਿ ਯਾਦਗਾਰਾਂ ਸਿਰਫ ਬਿਲਡਿੰਗਾਂ ਨਹੀਂ ਹੁੰਦੀਆਂ। ਬਿਲਕੁਲ। ਉੱਥੇ ਨਵੀਨੀਕਰਨ ਕਰ ਦੇਣਾ, ਕੋਈ ਵਧੀਆ ਪੱਥਰ ਲਾ ਦੇਣਾ, ਸੋਹਣੀਆਂ ਲਾਈਟਾਂ ਲਾ ਦੇਣੀਆਂ ਜਾਂ ਉਹਦੇ ਲਈ ਬਾਗ ਬਣਾ ਦੇਣਾ, ਸੋਹਣਾ ਜਿਹਾ ਬਗੀਚਾ ਬਣਾ ਦੇਣਾ, ਟਾਈਲਾਂ ਲਾ ਦੇਣੀਆਂ, ਪਾਰਕਿੰਗ ਦੇ ਪ੍ਰਬੰਧ ਕਰ ਦੇਣੇ, ਉਹਦੇ ਅੰਦਰ ਕੋਈ ਦੁਕਾਨਾਂ ਖੋਲ੍ਹ ਦੇਣੀਆਂ ਜਾਂ ਕੋਈ ਕੰਟੀਨ ਚਲਾ ਦੇਣੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਇਹ ਟੂਰਿਜ਼ਮ ਨੂੰ ਉਤਸ਼ਾਹਿਤ ਕਰਦੀਆਂ ਨੇ, ਇਹ ਟੂਰਿਸਟ ਲਈ ਸਾਰੀਆਂ ਚੀਜ਼ਾਂ ਨੇ। ਹਾਲਾਂਕਿ ਅਸੀਂ ਅੱਜ ਦੇ ਦੌਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦਾ ਬਜ਼ਾਰੀਕਰਨ ਕਰ ਦਿੱਤਾ ਹੈ। ਇੱਥੇ ਰਿਲੀਜੀਅਸ ਟੂਰਿਜ਼ਮ ਵੀ ਕਿਹਾ ਜਾਂਦਾ ਹੈ, ਮੈਡੀਕਲ ਟੂਰਿਜ਼ਮ ਵੀ ਕਿਹਾ ਜਾਂਦਾ ਹੈ, ਪਰ ਫਿਰ ਵੀ ਅਸੀਂ ਉਹ ਗੱਲ ਨੂੰ ਨਾ ਭੁੱਲੀਏ ਕਿ ਉਹੀ ਕੌਮਾਂ ਤਰੱਕੀ ਕਰਦੀਆਂ ਨੇ ਜੋ ਆਪਣੇ ਇਤਿਹਾਸ ਨੂੰ ਯਾਦ ਰੱਖਦੀਆਂ ਨੇ। ਜੀ। ਤੇ ਜੇਕਰ ਅਸੀਂ ਆਪਣੇ ਇਤਿਹਾਸ ਨਾਲ ਆਪ ਇਹੋ ਜਿਹੀ ਛੇੜਖਾਨੀ ਕਰਾਂਗੇ, ਜੇਕਰ ਅਸੀਂ ਆਪ ਇਹ 100 ਸਾਲ ਪੁਰਾਣੀ ਯਾਦਗਾਰ ਨੂੰ ਵੀ ਬਿਲਕੁਲ ਮਿਟਾ ਦੇਵਾਂਗੇ, ਨਵੇਂ ਤਰੀਕੇ ਦੀ ਬਣਾ ਦੇਵਾਂਗੇ, ਤੇ ਜਦੋਂ ਉੱਥੇ ਅੱਜ ਦੇ ਬੱਚੇ ਜਾਣਗੇ ਤੇ ਉਹਨਾਂ ਨੂੰ ਉਹ ਸਾਰੀਆਂ ਚੀਜ਼ਾਂ ਨਜ਼ਰ ਨਹੀਂ ਆਉਣਗੀਆਂ, ਉਹ ਖੂਹ ਨਜ਼ਰ ਨਹੀਂ ਆਵੇਗਾ ਤੇ ਉਹ ਇਸ ਚੀਜ਼ ਨੂੰ ਆਪਣੇ ਮਨ ਨਾਲ ਚਿਤਵ ਨਹੀਂ ਸਕਣਗੇ ਕਿ ਇੱਥੇ ਇੰਨੇ ਲੋਕ ਦੌੜ ਭੱਜ ਦੇ ਦੌਰਾਨ ਗੋਲੀਆਂ ਲੱਗੇ ਸੀ ਤੇ ਜ਼ਖਮੀ ਹੋ ਕੇ ਉਸ ਵਿੱਚ ਡਿੱਗ ਗਏ ਤੇ ਉਹ ਮਰ ਗਏ। ਉਹਨਾਂ ਨੂੰ ਉਹ ਚੀਕਾਂ ਜਿਹੜੀਆਂ ਆ ਉਹ ਉਹਨਾਂ ਨੂੰ ਆਪਣੇ ਮਨ ਦੇ ਮਸਤਕ ਦੇ ਪਟਲ ਦੇ ਉੱਤੇ ਨਹੀਂ ਲਿਆ ਸਕਣਗੇ, ਨਾ ਹੀ ਉਹ ਗੋਲੀਆਂ ਦੇ ਨਿਸ਼ਾਨ ਦਿਸਣਗੇ। ਉਹਨਾਂ ਲਈ ਸਿਰਫ ਔਰ ਸਿਰਫ ਇੱਕ ਉਹ ਟੂਰਿਜ਼ਮ ਦਾ ਸਥਾਨ ਰਹਿ ਜਾਵੇਗਾ। ਜੀ ਜੀ। ਇਸੇ ਤਰੀਕੇ ਦੇ ਚੱਲਦਿਆਂ ਅਯੋਧਿਆ ਦੇ ਵਿੱਚ ਬੜਾ ਵੱਡਾ ਮੰਦਿਰ ਬਣਾਇਆ ਜਾ ਰਿਹਾ, ਪਰ ਉਹ ਜਿਹੜੀਆਂ ਚੀਜ਼ਾਂ ਸੰਭਾਲ ਕੇ ਰੱਖਣ ਵਾਲੀਆਂ ਨੇ ਉਹਨਾਂ ਨੂੰ ਬਦਲ ਦਿੱਤਾ ਜਾਵੇਗਾ। ਕਾਸ਼ੀ ਵਿਸ਼ਵਨਾਥ ਕੋਰੀਡੋਰ ਦੇ ਉੱਤੇ ਬਹੁਤ ਸਾਰੇ ਕਰੋੜਾਂ ਰੁਪਏ ਖਰਚ ਦਿੱਤੇ ਗਏ ਤੇ ਉਹ ਜਿਹੜੀ ਇੱਕ ਮੰਦਿਰ ਦੀ ਭਵਯਤਾ ਸੀ ਉਹ ਤਾਂ ਬਣਾ ਦਿੱਤੀ ਜਾਵੇਗੀ। ਉਹ ਵਿਸ਼ਾਲ ਤੇ ਹੋਵੇਗਾ ਪਰ ਉਹ ਇਤਿਹਾਸ ਨਾਲ ਜੁੜਿਆ ਹੋਇਆ ਨਹੀਂ ਹੋਵੇਗਾ। ਅਸੀਂ ਬਹੁਤ ਸਾਰੀਆਂ ਚੀਜ਼ਾਂ ਨਾਲ ਇਹੋ ਜਿਹੀ ਛੇੜਖਾਨੀ ਕਰਦੇ ਹਾਂ ਜਿਹੜੀ ਕਿ ਸਾਡੇ ਹੱਕ ਵਿੱਚ ਨਹੀਂ ਹੈ। ਦੇਖਣ ਨੂੰ ਸੋਹਣੀ ਜ਼ਰੂਰ ਲੱਗਦੀ ਹੈ, ਪਰ ਇਤਿਹਾਸ ਦੇ ਜਿਹੜੇ ਸਰੂਪ ਨੇ, ਜਿਹੜਾ ਚਿਹਰਾ ਹੈ ਉਹ ਜਿਹੋ ਜਿਹਾ ਸੀ, ਜੇ ਉਹੋ ਜਿਹਾ ਹੀ ਦਿਖਾਈਏ ਤੇ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੁਝ ਚੰਗਾ ਦਿਖਾ ਸਕਾਂਗੇ। ਇੱਕ ਵਾਰ ਫਿਰ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ ਤੇ ਆਪਣੀਆਂ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਜਦੋਂ ਤੁਸੀਂ ਇਹਨਾਂ ਚੀਜ਼ਾਂ ਦਾ ਨਵੀਨੀਕਰਨ ਕਰਦੇ ਹਾਂ ਤੇ ਉਹਨਾਂ ਦੀ ਜਿਹੜੀ ਪੁਰਾਤਨਤਾ ਆ ਉਹਦਾ ਵੀ ਖਿਆਲ ਰੱਖਿਆ ਜਾਵੇ। ਇਹ ਬੇਨਤੀ ਸਿਰਫ ਔਰ ਸਿਰਫ ਸਰਕਾਰਾਂ ਨੂੰ ਨਹੀਂ ਹੈ, ਸਾਡੀਆਂ ਧਾਰਮਿਕ ਅਦਾਰਿਆਂ ਨੂੰ ਵੀ ਹੈ। ਅਸੀਂ ਦੇਖਦੇ ਹਾਂ ਬਹੁਤ ਸਾਰੇ ਗੁਰਦੁਆਰਾ, ਗੁਰੂ ਘਰ, ਬਹੁਤ ਸਾਰੀਆਂ ਮਸਜਿਦਾਂ ਜਿਨ੍ਹਾਂ ਨੂੰ ਤੋੜਨ ਲੱਗੇ ਅਸੀਂ ਮਿੰਟ ਨਹੀਂ ਲਾਉਂਦੇ ਤੇ ਸਿਰਫ ਔਰ ਸਿਰਫ ਸੰਗਮਰਮਰ ਜਾਂ ਪੱਥਰ ਲਾ ਕੇ ਕਹਿ ਦਿੰਦੇ ਹਾਂ ਕਿ ਅਸੀਂ ਉਹਨਾਂ ਨੂੰ ਬਚਾ ਲਿਆ ਹੈ। ਜੀ, ਬਸ ਇੱਕ ਨਵੀਂ ਦਿੱਖ ਦੇ ਦੇਣਾ ਕਿਸੇ ਇਮਾਰਤ ਨੂੰ, ਉਹਦੇ ਹਿਸਟੋਰੀਕਲ ਪੱਖ ਨੂੰ ਲੁਕਾ ਦੇਣਾ। ਸਾਡੀ ਨਵੀਂ ਜਨਰੇਸ਼ਨ ਨੂੰ ਅਸੀਂ ਕੀ ਦੇ ਰਹੇ ਹਾਂ ਇਹਦੇ ਤੇ ਤਾਂ ਕੋਈ ਜ਼ੋਰ ਜਾਂ ਧਿਆਨ ਦੇ ਹੀ ਨਹੀਂ ਰਿਹਾ, ਜਦਕਿ ਸਾਡੀ ਆਉਣ ਵਾਲੀ ਜਨਰੇਸ਼ਨ ਲਈ ਕੁਛ ਨਾ ਕੁਛ ਇੱਦਾਂ ਦਾ ਕੀਤਾ ਜਾਣਾ ਚਾਹੀਦਾ, ਚਾਹੇ ਉਹਨਾਂ ਦੇ ਐਜੂਕੇਸ਼ਨ ਪੱਖ ਚਲਾ ਲਈਏ, ਚਾਹੇ ਉਸ ਬਿਲਡਿੰਗ ਵਿੱਚ ਕੁਛ ਨਾ ਕੁਛ ਇੱਦਾਂ ਦਾ ਕਰ ਦਿੱਤਾ ਜਾਣਾ ਚਾਹੀਦਾ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗ ਸਕੇ ਇਹਦਾ ਇਤਿਹਾਸਿਕ ਪਿਛੋਕੜ ਕੀ ਸੀ। ਜੀ, ਰੁਕ ਕਰਦੇ ਆ ਅਗਲੀ ਖਬਰ ਵੱਲ।
ਅਗਲੀ ਖਬਰ ਅਮਰੀਤ ਜੀ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਹਾਂ ਵੀ ਪੰਜਾਬ ਸਰਕਾਰ ਦੀ ਕੈਬਨਿਟ ਦੀ ਮੀਟਿੰਗ ਹੋਈ ਹੈ ਅੱਜ, ਉਹਦੇ ਵਿੱਚ ਕੀ ਚਰਚਾ ਹੋਈ ਹੈ, ਕੀ ਗੱਲਬਾਤ ਹੋਈ ਹੈ? ਜੇਕਰ ਮੈਂ ਮੀਟਿੰਗ ਦੀ ਚਰਚਾ ਤੋਂ ਪਹਿਲਾਂ ਇਸ ਸਰਕਾਰ ਦੀ ਕਾਰਜਕਾਰੀ ਦੀ ਗੱਲ ਕਰਾਂ ਜੀ ਤੇ ਮਹੀਨਾ ਹੋਣ ਵਾਲਾ ਹੋ ਗਿਆ, 1 ਮਹੀਨਾ ਲਗਭਗ ਹੋ ਹੀ ਗਿਆ। ਬਿਲਕੁਲ। ਤੇ ਇਹ ਐਲਾਨ ਕਰਨ ਲੱਗ ਗਏ ਨੇ, ਬਹੁਤ ਵੱਡੇ ਵੱਡੇ ਐਲਾਨ। ਰੋਜ਼ ਸਵੇਰੇ ਇੱਕ ਖਬਰ ਆ ਜਾਂਦੀ ਆ ਕਿ ਅੱਜ ਮੁੱਖ ਮੰਤਰੀ ਸਾਹਿਬ ਕਰਨਗੇ ਵੱਡਾ ਐਲਾਨ। ਅੱਜ ਕੈਬਨਿਟ ਦੀ ਮੀਟਿੰਗ ਹੈ ਤੇ ਅੱਜ ਇਹ ਐਲਾਨ ਹੋਵੇਗਾ। ਅੱਜ ਕੇਜਰੀਵਾਲ ਸਾਹਿਬ ਨਾਲ ਮੀਟਿੰਗ ਹੈ, ਅੱਜ ਇਹ ਹੋ ਸਕਦਾ ਹੈ ਜੀ। ਅਸੀਂ ਜਾਣਦੇ ਹਾਂ ਇਸ ਸਰਕਾਰ ਬਣਨ ਤੋਂ ਪਹਿਲਾਂ ਜਿਹੜੀ ਸਤੰਬਰ ਤੋਂ ਲੈ ਕੇ ਮਾਰਚ ਤੱਕ ਇੱਕ 6 ਮਹੀਨੇ ਸਰਕਾਰ ਰਹੀ, ਜਿਹਨੂੰ 111 ਦਿਨ ਦੀ ਸਰਕਾਰ ਵੀ ਕਹਿੰਦੇ ਆ, ਉਹਦੇ ਮੁੱਖ ਮੰਤਰੀ ਨੂੰ ਅਸੀਂ ਐਲਾਨਜੀਤ ਕਹਿਣ ਲੱਗ ਗਏ ਸੀ ਕਿਉਂਕਿ ਉਹ ਐਲਾਨ ਬਹੁਤ ਕਰਦੇ ਸੀ ਤੇ ਹਾਲਾਤ ਇੱਥੇ ਵੀ ਕੁਝ ਬਹੁਤੇ ਸੁਧਰੇ ਨਹੀਂ ਹਨ। ਅੱਜ ਵੀ ਐਲਾਨ ਹੋਇਆ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਵਿੱਚ 145 ਨਿਯੁਕਤੀਆਂ ਜਿਹੜੀਆਂ ਆ ਉਹ ਹੋਣਗੀਆਂ। ਉਹ ਕਦੋਂ ਹੋਣੀਆਂ ਨੇ, ਉਹਨਾਂ ਦਾ ਨੋਟੀਫਿਕੇਸ਼ਨ ਕਦੋਂ ਜਾਰੀ ਹੋਣਾ ਹੈ, ਕੀ ਉਹ ਹੋ ਗਿਆ ਹੈ, ਕੀ ਉਹਨਾਂ ਲਈ ਕੋਈ ਤਰੀਕ ਨਿਸ਼ਚਿਤ ਹੋਈ ਹੈ, ਕੋਈ ਨਹੀਂ ਜਾਣਦਾ। ਇਸ ਤੋਂ ਪਹਿਲਾਂ ਬਿਜਲੀ ਸਸਤੀ ਹੋਣ ਦੀਆਂ ਗੱਲਾਂ ਹੋਈਆਂ ਸਨ, ਉਹ ਸਸਤੀ ਹੋਈ ਹੈ, ਸਸਤੀ ਹੋਵੇਗੀ, ਕਦੋਂ ਹੋਈ ਹੈ, ਕਿਹੜੀ ਮੀਟਿੰਗ ਹੋਈ ਹੈ, ਕੀ ਉਹਦਾ ਕੋਈ ਨੋਟੀਫਿਕੇਸ਼ਨ ਜਾਰੀ ਹੋਇਆ ਹੈ, ਅੱਲਾ ਜਾਣੇ ਜੀ। 35,000 ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਚਰਨਜੀਤ ਚੰਨੀ ਜੀ ਕਰਦੇ ਸੀ, ਸਾਰੇ ਦੇਸ਼ ਦੇ ਵਿੱਚ ਸਾਰੇ ਸਟੇਟ ਦੇ ਵਿੱਚ ਪੋਸਟਰ ਲਾਤੇ ਸੀ, ਪਰ ਉਹ ਹਾਲੇ ਵੀ ਕੱਚੇ ਦੇ ਕੱਚੇ ਨੇ। ਇਹਨਾਂ ਨੇ 35 ਦੀ ਬਜਾਏ ਉਹ ਗਿਣਤੀ ਜਿਹੜੀ ਆ 30 ਜਾਂ 32,000 ਕੀਤੀ ਸੀ, ਪਰ ਕੀਤੇ ਇਹਨਾਂ ਨੇ ਵੀ ਹਾਲੇ ਤੱਕ ਵਾਅਦੇ ਜਾਂ ਐਲਾਨ ਹੀ ਨੇ। ਉਹ ਕੇਜਰੀਵਾਲ ਸਾਹਿਬ ਨੇ ਜਦੋਂ ਚੋਣ ਮੈਨੀਫੈਸਟੋ ਬਣਾਇਆ ਸੀ ਜਾਂ ਜਦੋਂ ਚੋਣ ਪ੍ਰਚਾਰ ਦਾ ਆਰੰਭ ਕੀਤਾ ਸੀ ਤੇ ਉਹਨਾਂ ਨੇ ਗੱਲ ਕੀਤੀ ਸੀ ਕਿ ਇਹ ਲੋਕ ਜਿਹੜੇ ਨੇ, ਬਾਕੀ ਸਿਆਸੀ ਧਿਰਾਂ ਜਿਹੜੀਆਂ ਨੇ, ਉਹ ਵਾਅਦੇ ਕਰਦੀਆਂ ਨੇ ਜਾਂ ਦਾਅਵੇ ਕਰਦੇ ਨੇ ਤੇ ਅਸੀਂ ਗਰੰਟੀਆਂ ਦੇਵਾਂਗੇ, ਪਰ ਹਾਲ ਜਿਹੜਾ ਹੈ ਉਹ ਸਿਰਫ ਸ਼ਬਦਾਂ ਦੇ ਹੇਰ-ਫੇਰ ਤੋਂ ਗੱਲ ਅੱਗੇ ਵਧੀ ਨਹੀਂ। ਭਗਵੰਤ ਮਾਨ ਨੇ ਇੱਕ ਨਵੀਂ ਪਿਰਤ ਪਾਈ ਆ ਕਿ ਇਹਨਾਂ ਨੇ ਉੱਥੇ ਇੱਕ ਸਟੂਡੀਓ ਬਣਾ ਲਿਆ ਤੇ ਉੱਥੋਂ ਬੈਠ ਕੇ ਮਾਈਕ ਕੈਮਰੇ ਮੂਹਰੇ ਬੈਠ ਕੇ ਤੇ ਐਲਾਨ ਕਰ ਦਿੰਦੇ ਨੇ। ਅੱਜ ਕੱਲ੍ਹ ਤੁਸੀਂ ਕੋਈ ਵੀ ਟੀਵੀ ਚੈਨਲ ਖੋਲ੍ਹ ਕੇ ਦੇਖ ਲਓ, ਉੱਥੇ ਹਰ ਇੱਕ 5-10 ਮਿੰਟ ਬਾਅਦ ਭਗਵੰਤ ਮਾਨ ਸਾਹਿਬ ਦੀ ਉਹ 1 ਮਿੰਟ ਦੀ ਸਪੀਚ ਆ ਜਾਂਦੀ ਆ ਕਿ ਆਹ ਮੇਰਾ ਨੰਬਰ ਆ 200-219 ਜਿੰਨਾ ਵੀ ਉਹਦਾ ਨੰਬਰ ਹੈ 910114 ਕਿ 910112 ਤੇ ਨਾਲ ਹੀ ਨਾਲ ਉਹ ਕਹਿ ਦਿੰਦੇ ਨੇ ਕਿ ਜਦੋਂ ਤੁਸੀਂ ਕਿਸੇ ਦੀ ਵੀਡੀਓ ਬਣਾਓ ਤੇ ਰਿਸ਼ਵਤ ਦਿੰਦਾ ਫੜਾਓ ਤੇ ਆਹ ਕਰੋ ਤੇ ਉਹ ਕਰੋ। ਹਾਲੇ ਤੱਕ ਜਿਹੜੀਆਂ ਕੁੱਲ ਜਾਣਕਾਰੀਆਂ ਨੇ ਉਹ 2 ਜਾਂ 3 ਨੇ, ਜਿਹੜੀਆਂ 1.5 ਲੱਖ ਕੰਪਲੇਂਟਾਂ ਆਈਆਂ ਸੀ ਕੁਝ ਦਿਨਾਂ ਦੇ ਵਿੱਚ, ਉਹਨੇ ਤੇ ਕਾਰਵਾਈ ਜਿਹੜੀ ਆ 2 ਜਾਂ 3 ਤੇ ਹੋਈ ਆ। ਸੋ ਪ੍ਰਚਾਰ ਪ੍ਰਸਾਰ ਵਾਲੀ ਹੀ ਕਹਾਣੀ ਹੈ। ਸਰਕਾਰ ਦੀ ਜਿਹੜੀ ਕਾਰਜਕਾਰੀ ਆ ਉਹਦੇ ਤੋਂ ਕੋਈ ਬਹੁਤੀ ਉਮੀਦ ਲੋਕਾਂ ਨੂੰ ਵੱਜਦੀ ਲੱਗਦੀ ਨਹੀਂ। ਹਾਲਾਂਕਿ ਅਸੀਂ ਅੱਜ ਫੇਰ ਉਹ ਗੱਲ ਕਵਾਂਗੇ ਤੇ ਪਹਿਲਾਂ ਵੀ ਅਸੀਂ ਕਈ ਵਾਰ ਕਹੀ ਆ ਕਿ ਸਰਕਾਰ ਨੂੰ ਕੁਝ ਸਮਾਂ ਜਿਹੜਾ ਆ ਉਹ ਦੇਣਾ ਜ਼ਰੂਰ ਬਣਦਾ ਹੈ, 2-4-6 ਮਹੀਨੇ ਇਹਨਾਂ ਨੂੰ ਦਿੱਤੇ ਜਾਣੇ ਚਾਹੀਦੇ ਨੇ। ਪਰ ਨੀਤਾ ਜੀ ਗੱਲ ਇਹ ਆ ਕਿ ਸਮਾਂ ਦਿੱਤਾ ਜਾਣਾ ਚਾਹੀਦਾ ਹੈ ਨੀਤੀਗਤ ਫੈਸਲਿਆਂ ਲਈ, ਜਿੱਥੇ ਕੋਈ ਨੀਤੀ ਘੜਨੀ ਆ, ਜਿੱਥੇ ਸੋਚ ਵਿਚਾਰ ਦੀ ਜ਼ਰੂਰਤ ਹੈ। ਜੀ। ਜੇਕਰ ਗੱਲ ਕੁਝ ਨਿਯੁਕਤੀਆਂ ਕਰਨ ਦੀ ਆ, 150 ਨਿਯੁਕਤੀ ਕਰਨੀ ਆ, 145 ਜਲ ਸਪਲਾਈ ਵਿਭਾਗ ਵਿੱਚ ਪਹਿਲਾਂ ਤੁਸੀਂ ਉਹਨੂੰ 10,000 ਕਹੀ ਗਏ ਆ, 32,000 ਪੱਕੇ ਕਰਨ ਦੀ ਗੱਲ ਕੀਤੀ ਗਈ ਹੈ, ਲੇਕਿਨ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਤੁਸੀਂ ਇਦਾਂ ਕਹਿ ਲਓ ਕਿ ਉਹ ਗਿਣਤੀ ਜਿਹੜੀ ਆ ਬਦਲ ਕੇ ਰੱਖ ਦਿੱਤੀ ਜਾਂਦੀ ਹੈ ਕਿ ਅੱਜ 145 ਦੀ ਗੱਲ ਹੋ ਗਈ ਅੱਜ ਦੀ ਕੈਬਨਿਟ ਮੀਟਿੰਗ ਦੇ ਵਿੱਚ। ਪਹਿਲਾਂ ਇੱਕ ਦਿਨ 10,000 ਦੀ ਗੱਲ ਕੀਤੀ ਸੀ, ਉਹਦੇ ਵਿੱਚ ਵੀ ਇਹੀ ਸੀ ਕਿ ਕੁਝ ਹਜ਼ਾਰ ਪੁਲਿਸ ਕਰਮੀ ਨੇ ਤੇ ਕੁਝ ਹਜ਼ਾਰ ਟੀਚਰ ਨੇ ਤੇ ਬਾਕੀ ਵੱਖ-ਵੱਖ ਮਹਿਕਮਿਆਂ ਦੇ ਵਿੱਚ ਜਿਹੜੀ ਉਹ ਭਰਤੀ ਹੋਣੀ ਆ। ਸੋ ਕੁੱਲ ਮਿਲਾ ਕੇ ਲੋਕ ਤੁਹਾਡੇ ਤੋਂ ਬਹੁਤ ਵੱਡੀਆਂ ਆਸਾਂ ਲਾ ਕੇ ਬੈਠੇ ਨੇ। ਜਿੰਨਾ ਵੱਡਾ 117 ਚੋਂ 92 ਸੀਟਾਂ ਦਾ ਮੈਂਡੇਟ ਜਿੰਨਾ ਇਸ ਸਰਕਾਰ ਨੂੰ ਮਿਲਿਆ ਹੈ, ਉਸ ਸਪੀਡ ਦੇ ਨਾਲ ਦੌੜੇ ਭੱਜੇ ਤਾਂ ਜ਼ਰੂਰ ਫਿਰਦੇ ਨੇ, ਪਰ ਉਹ ਜਿਹੜੀ ਦੌੜ ਭਜਾਈ ਆ ਉਹ ਇੱਕ ਬਿਲਕੁਲ ਬਚਕਾਨਾ ਜੀ ਲੱਗਦੀ ਆ। ਮੂਲ ਰੂਪ ਦੇ ਵਿੱਚ ਕੋਈ ਫੈਸਲੇ ਜਿਹੜੇ ਨੇ ਉਹ ਨਜ਼ਰ ਨਹੀਂ ਆ ਰਹੇ। ਨੀਤੀਗਤ ਫੈਸਲਿਆਂ ਲਈ ਤੁਸੀਂ ਸਮਾਂ ਲੈ ਲਓ, ਪਰ ਤੁਸੀਂ ਰੋਜ਼ ਹੀ ਐਲਾਨ, ਇੱਕ ਦਿਨ 32,000 ਦਾ ਐਲਾਨ ਕਰਤਾ, ਅਗਲੇ ਦਿਨ ਉਹ 30,000 ਦਾ ਐਲਾਨ ਰਹਿ ਗਿਆ, ਬਾਅਦ ਵਿੱਚ ਉਹਨਾਂ ਨੂੰ ਕਹਿ ਦਿੱਤਾ ਕਿ ਉਹਨਾਂ ਦਾ ਜਿਹੜਾ ਠੇਕਾ ਆ ਉਹ 1 ਸਾਲ ਲਈ ਨਵਿਆ ਦਿੱਤਾ ਗਿਆ ਤੇ 1 ਸਾਲ ਹੋਰ ਮਿਲ ਗਿਆ। ਸਾਲ ਬਾਅਦ ਕੀ ਫੈਸਲਾ ਹੋਵੇਗਾ ਰੱਬ ਜਾਣੇ। ਸੋ ਅੱਜ ਵੀ ਉਹੀ ਇੱਕ ਜਲ ਸਪਲਾਈ ਵਿਭਾਗ ਦਾ ਫੈਸਲਾ ਜਿਹੜਾ ਉਹ ਸਾਹਮਣੇ ਆਇਆ, ਇੱਕ ਪੰਚਾਇਤ ਵਿਕਾਸ ਫੰਡ ਜਾਂ ਪੇਂਡੂ ਵਿਕਾਸ ਫੰਡ ਜਾਂ ਜਿਹਨੂੰ ਦਿਹਾਤੀ ਵਿਕਾਸ ਫੰਡ ਕਹਿੰਦੇ ਆ, ਉਹਦੇ ਤੇ ਕੋਈ ਮਤਾ ਪਾਸ ਕਰ ਦਿੱਤਾ ਕਿ ਉਹਦੇ ਜਿਹੜੇ ਪੈਸੇ ਨੇ ਉਹ ਪਿੰਡਾਂ ਤੇ ਹੀ ਖਰਚੇ ਜਾਣਗੇ। ਸੋ ਕੁੱਲ ਮਿਲਾ ਕੇ ਜਿਹੜੇ ਪਹਿਲੇ ਸਟੈਪ ਨੇ ਨਾ, ਜਿਹੜੇ ਪੁੱਟੇ ਜਾਣੇ ਚਾਹੀਦੇ ਸਨ, ਉਹ ਹਾਲੇ ਤੱਕ ਪੁੱਟੇ ਨਹੀਂ ਗਏ। ਬਦਲਾਵ ਨੂੰ ਲੈ ਕੇ ਜਿੰਨੀਆਂ ਗੱਲਾਂ ਸਨ ਉਹਨਾਂ ਦੇ ਵਿੱਚ ਵੀ ਹਾਲੇ ਤੱਕ ਕੋਈ ਵੱਡੀ ਗੱਲ ਸਾਹਮਣੇ ਨਜ਼ਰ ਨਹੀਂ ਆਈ। ਮੁਫਤ ਦੀਆਂ ਚੀਜ਼ਾਂ ਲੋਕ ਚਾਹੁੰਦੇ ਨੇ, ਤੁਸੀਂ ਦੇਣੀਆਂ ਨੇ, ਇਹ ਰੱਬ ਜਾਣੇ ਕੀ ਹੋ ਰਿਹਾ ਹੈ ਕੀ ਨਹੀਂ ਹੋ ਰਿਹਾ। ਪਰ ਕੁੱਲ ਮਿਲਾ ਕੇ ਹਾਲੇ ਤੱਕ ਇਹ ਜਿਹੜੀ ਸਰਕਾਰ ਆ, ਇਹਦੀ ਜਿਹੜੀ ਸਪੀਡ ਆ ਉਹ ਬਣ ਨਹੀਂ ਸਕੀ। ਜੇਕਰ ਮੈਂ ਰਿਲੇ ਰੇਸ ਦੇ ਨਾਲ ਤੁਲਨਾ ਕਰਾਂ ਤੇ ਉਹ 4 ਖਿਲਾੜੀ ਦੌੜਦੇ ਨੇ, ਅੱਧਾ ਹਿੱਸਾ ਉਹਨਾਂ ਦਾ ਦੌੜਨਾ ਹੁੰਦਾ। ਜਿਹੜੀ ਇਹ ਪਹਿਲੀ ਇਹਨਾਂ ਦਾ ਕੁਆਟਰ ਆ, ਪਹਿਲੀ ਰੇਸ ਜਿਹੜੀ ਫੜਨੀ ਸੀ, ਉਹਦੇ 'ਚ ਸਪੀਡ ਨਹੀਂ ਫੜ ਸਕੇ। ਅਗਲੇ ਆਉਣ ਵਾਲੇ ਸਮੇਂ 'ਚ ਕਿੰਨੀ ਕੁ ਸਪੀਡ ਫੜਦੇ ਆ, ਕਿੰਨਾ ਕੁ ਚੰਗਾ ਕੰਮ ਕਰਦੇ ਆ, ਕਿੰਨੇ ਕੁ ਆਸਾਂ ਤੇ ਖਰੇ ਉਤਰਦੇ ਨੇ, ਉਹ ਆਉਣ ਵਾਲੇ ਸਮੇਂ ਤੋਂ ਹੀ ਪਤਾ ਲੱਗੇਗਾ। ਜੀ
ਸ਼ਰਮਾ ਜੀ, ਬਾਕੀ ਦੇ ਵਿਚਾਰਾਂ ਉੱਤੇ ਝਾਤ ਮਾਰਨ ਲਈ, ਉਹਨਾਂ ਤੇ ਚਰਚਾ ਕਰਨ ਲਈ ਆਪਾਂ ਥੋੜਾ ਜਿਹਾ ਅੰਤਰਾਲ ਲੈਂਦੇ ਹਾਂ। ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਅਸੀਂ ਸਭ ਦਾ ਫਿਰ ਤੋਂ ਸਵਾਗਤ ਕਰਦੇ ਹਾਂ ਜੀ। ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਤੇ ਵਿਸਾਖੀ ਦੀ ਆਪਾਂ ਗੱਲ ਕੀਤੀ ਹੈ ਤੇ ਵਿਸਾਖੀ ਦਾ ਸਿੱਧਾ ਸੰਬੰਧ ਜਿਹੜਾ ਸਾਡੀ ਕਣਕ ਨਾਲ ਹੈ। ਤੇ ਸ਼ਰਮਾ ਜੀ, ਮੈਨੂੰ ਹੁਣ ਤੁਸੀਂ ਇਹ ਦੱਸੋ ਵੀ ਸਾਡੀ ਕਣਕ ਦਾ ਜਿਹੜਾ ਖਰੀਦੋ ਫਰੋਖਤ ਦਾ ਮਸਲਾ ਕੀ ਹੈ ਅੱਜ ਕੱਲ੍ਹ? ਅਸਲ ਦੇ ਵਿੱਚ ਜਿਹੜੀ ਪੰਜਾਬ ਦੀ ਇਕਨੋਮੀ ਆ ਉਹ ਸਾਰੀ ਖੇਤੀ ਨਾਲ ਆਧਾਰਿਤ ਹੈ। ਜਿਵੇਂ ਤੁਸੀਂ ਦੱਸਿਆ, ਖੇਤੀ ਪ੍ਰਧਾਨ ਸੂਬਾ ਹੈ ਤੇ ਇਸ ਤਿਉਹਾਰ ਦਾ ਸੰਬੰਧ ਵੀ ਫਸਲ ਦੇ ਪੱਕਣ ਨਾਲ ਤੇ ਮੰਡੀ ਵਿੱਚ ਆਉਣ ਨਾਲ ਹੀ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਹੋਰ ਨਾਵਾਂ ਦੇ ਤਿਉਹਾਰ ਵੀ ਮਨਾਏ ਜਾਂਦੇ ਹਨ ਜਿਹੜੇ ਫਸਲ ਦੇ ਮੰਡੀ 'ਚ ਆਮਦ ਨਾਲ ਜੁੜੇ ਹੋਏ ਹਨ, ਕਿਉਂਕਿ ਸਾਡੀ ਆਰਥਿਕਤਾ ਖੇਤੀਬਾੜੀ ਨਾਲ ਜੁੜੀ ਹੋਈ ਹੈ ਜੀ। ਪੰਜਾਬ ਦੇ ਵਿੱਚ 1 ਅਪ੍ਰੈਲ ਤੋਂ ਸਰਕਾਰੀ ਖਰੀਦ ਜਿਹੜੀ ਸ਼ੁਰੂ ਹੋ ਜਾਂਦੀ ਆ। ਪੰਜਾਬ ਸਰਕਾਰ ਦੀਆਂ ਕੁਝ ਏਜੰਸੀਆਂ ਨੇ, ਪਨਗ੍ਰੇਨ ਹੈ, ਪਨਸਪ ਹੈ, ਪੰਜਾਬ ਸਰਕਾਰ ਆਪ ਵੀ ਕੁਝ ਖਰੀਦ ਕਰਦੀ ਆ। FCI ਹੈ ਜਿਹੜੀ ਕੇਂਦਰ ਦੀ ਏਜੰਸੀ ਹੈ ਤੇ ਨਾਲ ਦੀ ਨਾਲ ਕੁਝ ਪ੍ਰਾਈਵੇਟ ਅਦਾਰੇ ਵੀ ਜਿਹੜੀ ਕਣਕ ਦੀ ਖਰੀਦ ਉਹ ਮੰਡੀਆਂ 'ਚੋਂ ਕਰਦੇ ਨੇ। 1 ਅਪ੍ਰੈਲ ਤੋਂ ਖਰੀਦ ਸ਼ੁਰੂ ਹੋ ਗਈ ਸੀ। ਅਸੀਂ ਜਾਣਦੇ ਹਾਂ ਨੀਤਾ ਜੀ ਕਿ ਪਿਛਲੇ ਸਾਲ ਕਿਸਾਨ ਅੰਦੋਲਨ ਦੇ ਚੱਲਦਿਆਂ ਕੁਝ ਕਾਨੂੰਨ ਰੱਦ ਕਰਨ ਲਈ ਜਿਹੜੀ ਵੱਡੀ ਮੰਗ ਸੀ ਕਿਸਾਨਾਂ ਦੀ, ਉਹਦੇ ਵਿੱਚ ਇੱਕ ਕਾਨੂੰਨ ਇਹ ਸੀ ਕਿ ਮੰਡੀ ਜਿਹੜਾ ਏਰੀਆ ਹੈ ਉੱਥੇ ਹੀ ਜਿਹੜੀ ਖਰੀਦ ਫਰੋਖਤ ਹੋ ਸਕਦੀ ਹੈ। ਜਦ ਕਿ ਉਹ ਕਾਨੂੰਨ ਕਹਿੰਦਾ ਸੀ ਕਿ ਅਸੀਂ ਸਾਰੇ ਪੰਜਾਬ ਨੂੰ ਨੋਟੀਫਾਈ ਕਰ ਦਿਆਂਗੇ, ਕੋਈ ਵੀ ਕਿਤੇ ਵੀ ਜਿਹੜੀ ਆ ਫਸਲ ਵੇਚ ਸਕਦਾ। ਹਾਲਾਂਕਿ ਕਿਸਾਨ ਦੇ ਉੱਤੇ ਜ਼ਬਰਦਸਤੀ ਹੁਣ ਵੀ ਨਹੀਂ ਹੈ। ਜੇਕਰ ਮੇਰੇ ਖੇਤ 'ਚ ਫਸਲ ਹੋਈ ਹੈ, ਕੋਈ ਅਜਿਹਾ ਬੰਦਾ ਹੈ, ਕੋਈ ਅਜਿਹਾ ਵਿਅਕਤੀ ਹੈ ਜਿਹਦੇ ਕੋਲ ਘਰ ਦਾਣੇ ਨਹੀਂ ਹਨ, ਉਹ ਖਰੀਦ ਸਕਦਾ ਹੈ। ਉਹਨੂੰ ਮੰਡੀ ਜਾਣ ਦੀ ਜ਼ਰੂਰਤ ਨਹੀਂ ਹੈ, ਉਹ ਇੱਕ ਦੂਸਰੇ ਤੋਂ ਵੀ ਖਰੀਦ ਸਕਦੇ ਆ। ਪਰ ਫਿਰ ਵੀ ਕਮਰਸ਼ੀਅਲ ਜਿਹੜੀ ਸੇਲ ਹੈ ਜਾਂ ਆਮ ਤੌਰ ਤੇ ਜਿਹੜੀ ਫਸਲ ਹੈ ਉਹ ਮੰਡੀ ਦੇ ਵਿੱਚ ਹੀ ਵੇਚੀ ਜਾਂਦੀ ਹੈ ਤੇ ਖਰੀਦੀ ਜਾਂਦੀ ਹੈ। ਸਰਕਾਰ ਨੇ ਉਹ ਕਾਨੂੰਨ ਤੇ ਵਾਪਸ ਲੈ ਲਏ, ਪਰ ਉਹਨਾਂ ਨੂੰ ਟੇਢੇ ਮੇਢੇ ਢੰਗ ਨਾਲ ਜਾਰੀ ਕਰਨਾ ਜਿਹੜਾ ਆ ਉਹ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਦੇ ਵਿੱਚ ਉਹ ਲੱਗੇ ਰਹਿੰਦੇ ਨੇ ਜੀ। ਉਹਦੇ ਬਾਰੇ ਕਈ ਵਾਰੀ ਜਿਹੜੀ ਸਥਿਤੀ ਆ ਉਹ ਗੁੰਝਲਦਾਰ ਵੀ ਹੋ ਜਾਂਦੀ ਹੈ। ਇਹ ਸਰਕਾਰ ਨੇ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਅਗਲੀ ਵਾਰ ਤੋਂ ਜਿਹੜੀਆਂ ਫਸਲ ਜਦੋਂ ਲਈ ਜਾਵੇਗੀ ਉਹਨੂੰ ਖਰੀਦਣ ਲਈ ਜਿਹੜੀ ਉਹਦੀ ਗੁਣਵੱਤਾ ਆ ਉਹਦੀਆਂ ਸ਼ਰਤਾਂ ਦੇ ਉੱਤੇ ਕੁਝ ਸਟ੍ਰਿਕਟਨੈਸ, ਕੁਝ ਸਖਤੀ ਜਿਹੜੀ ਆ ਲਾਗੂ ਕੀਤੀ ਗਈ ਸੀ। ਫਸਲ ਜਿਹੜੀ ਆ ਉਹ ਕੱਟੀ ਜਾਂਦੀ ਆ, ਦਾਣੇ ਜਿਹੜੇ ਨੇ ਉਹ ਸਿੱਟਿਆਂ ਦੇ ਵਿੱਚੋਂ ਕੱਢੇ ਜਾਂਦੇ ਨੇ ਕੰਬਾਈਨ ਹਾਰਵੈਸਟਰ ਦੀ ਮਦਦ ਨਾਲ ਜਾਂ ਫਿਰ ਉਹ ਥ੍ਰੈਸ਼ਰ ਜਿਹੜਾ ਹੁੰਦਾ ਉਹਦੀ ਮਦਦ ਨਾਲ, ਤੇ ਕੁਝ ਦਾਣੇ ਟੁੱਟ ਜਾਂਦੇ ਨੇ। ਉਹਦੀ ਇੱਕ ਗ੍ਰੇਡਿੰਗ ਹੁੰਦੀ ਆ ਕਿ ਇੰਨੇ ਕੁ ਦਾਣੇ 100 ਪਿੱਛੋਂ ਟੁੱਟੇ ਹੋਣ ਤੇ ਫਿਰ ਉਹ ਜਿਹੜੇ ਉਹ ਚੱਲ ਜਾਂਦੇ ਨੇ ਤੇ ਉਹਨਾਂ ਦੀ ਜਿਹੜੀ ਗਿਣਤੀ ਆ ਉਹ ਘਟਾ ਦਿੱਤੀ ਗਈ ਸੀ। ਬਹੁਤ ਚੰਗੀ ਫਸਲ ਲੈਣ ਦੀ ਜਿਹੜੀ ਉਹ ਗੱਲ ਕੀਤੀ ਗਈ ਸੀ। ਪਰ ਇਸ ਵਾਰ ਕੀ ਹੋਇਆ? ਇਸ ਵਾਰ ਨਹੀਂ ਹੋਇਆ, ਇਹ ਪਿਛਲੇ ਕਾਫੀ ਸਮੇਂ ਤੋਂ ਇਦਾਂ ਹੋ ਰਿਹਾ। ਗਲੋਬਲ ਵਾਰਮਿੰਗ ਜਿਹੜੀ ਆ ਉਹ ਅਸੀਂ ਜਾਣਦੇ ਹਾਂ ਇੱਕ ਵੱਡਾ ਮਸਲਾ ਬਣ ਕੇ ਉੱਭਰ ਰਿਹਾ ਸਾਰੀ ਦੁਨੀਆ ਦੇ ਵਿੱਚ। ਅਸੀਂ ਕਾਫੀ ਦਿਨਾਂ ਤੋਂ ਦੇਖ ਰਹੇ ਹਾਂ ਕਿ ਮਾਰਚ ਦੇ ਵਿੱਚ ਅਜਿਹਾ ਮੌਸਮ ਨਹੀਂ ਹੁੰਦਾ ਜਿਹੋ ਜਿਹਾ ਇਸ ਵਾਰ ਦੇਖਣ ਨੂੰ ਮਿਲ ਰਿਹਾ, ਨਾ ਹੀ ਅਪ੍ਰੈਲ ਦੇ ਵਿੱਚ। ਕਈ ਵਾਰੀ ਖਬਰਾਂ ਸੁਣਦੇ ਹਾਂ ਕਿ ਗਰਮੀ ਦਾ 20 ਸਾਲ ਦਾ ਰਿਕਾਰਡ ਟੁੱਟ ਗਿਆ, 40 ਸਾਲ ਦਾ ਰਿਕਾਰਡ ਟੁੱਟ ਗਿਆ। ਤੇ ਇਹ ਫਸਲਾਂ ਦੇ ਉੱਪਰ ਸਭ ਤੋਂ ਵੱਧ ਪ੍ਰਭਾਵ ਜਿਹੜਾ ਹੈ ਉਹ ਮੌਸਮ ਦਾ ਪੈਂਦਾ। ਨਮੀ ਜਿਹੜੀ ਆ ਉਹ ਇੱਕਦਮ ਘਟ ਗਈ, ਗਰਮੀ ਵੱਧ ਗਈ ਤੇ ਦਾਣੇ ਜਿਹੜੇ ਸੀ ਉਹ ਓਨੇ ਡਿਵੈਲਪ, ਓਨੇ ਜਿਹੜੇ ਆ ਉਹ ਤਕੜੇ ਨਹੀਂ ਹੋ ਸਕੇ। ਫਸਲ ਜਿਹੜੀ ਆ ਭਰਮੀ ਹੋਣ ਦੀ ਬਜਾਏ ਜਿਹੜੀ ਆ ਉਹ ਕੁਝ ਘੱਟ ਫਸਲ ਹੋਣ ਦੀ ਜਿਹੜੀ ਆਸਾਰ ਬਣੇ ਹੋਏ ਨੇ। ਕਾਫੀ ਦਿਨਾਂ ਤੋਂ ਵੱਖ-ਵੱਖ ਅਖਬਾਰਾਂ 'ਚ ਖਬਰ ਛਪਦੀ ਆ, ਅਸੀਂ ਆਪ ਵੀ ਖੇਤਾਂ 'ਚ ਜਾਂਦੇ ਹਾਂ, ਖੇਤੀ ਕਰਨ ਵਾਲੇ ਲੋਕ ਹਾਂ, ਦੇਖਦੇ ਹਾਂ ਕਿ ਕਣਕ ਦਾ ਜਿਹੜਾ ਝਾੜ ਆ ਉਹ ਆਮ ਨਾਲੋਂ ਘੱਟ ਰਹਿਣ ਦੇ ਆਸਾਰ ਨੇ। ਫਸਲ ਕਮਜ਼ੋਰ ਹੋਵੇਗੀ ਤੇ ਉਹ ਏਜੰਸੀਆਂ ਜਿਹੜੀਆਂ ਆ ਖਰੀਦਣ ਵਾਲੀਆਂ, ਉਹਨਾਂ ਦਾ ਵੀ ਧਿਆਨ ਇਸ ਗੱਲ ਤੇ ਹੈ ਕਿ ਉਹਦੀ ਜਿਹੜੀ ਗੁਣਵੱਤਾ ਹੈ ਉਹ ਚੰਗੀ ਨਹੀਂ ਹੈ। ਤੇ ਕੱਲ ਰੌਲਾ ਇਸ ਗੱਲ ਦਾ ਸੀ ਕਿ ਫਸਲ ਜਿਹੜੀ ਆ ਖਰੀਦ ਸਰਕਾਰੀ ਏਜੰਸੀਆਂ ਜਿਹੜੀਆਂ ਉਹ ਬੰਦ ਕਰ ਦੇਣਗੀਆਂ। ਫਿਰ ਕੇਂਦਰ ਤੋਂ 5-7 ਟੀਮਾਂ ਆਈਆਂ, ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ, ਉਹ ਟੀਮਾਂ ਆਈਆਂ, ਉਹਨਾਂ ਨੇ ਅੱਜ ਸਰਕਾਰ ਨਾਲ ਮੁਲਾਕਾਤ ਕੀਤੀ ਤੇ ਦੌਰਾ ਵੀ ਕੀਤਾ ਤੇ ਖਰੀਦ ਜਿਹੜੀ ਆ ਉਹ ਦੁਬਾਰੇ ਸ਼ੁਰੂ ਹੋ ਗਈ ਹੈ। ਅੱਛਾ ਜੀ ਜੀ ਜੀ। ਤੇ ਸ਼ਰਮਾ ਜੀ, ਇੱਕ ਜਿਹੜਾ ਕਾਰਪੋਰੇਟ ਘਰਾਣਾ ਹੈਗਾ ਕੋਈ ਅਡਾਨੀ ਅੰਬਾਨੀ ਦਾ ਜਾਂ ਕਾਰਪੋਰੇਟ ਸੈਕਟਰ ਦਾ, ਇਹਨਾਂ ਦਾ ਕਣਕ ਦੀ ਖਰੀਦੋ ਫਰੋਖਤ ਨਾਲ ਕੀ ਲੈਣ ਦੇਣਾ, ਕੀ ਕਨੈਕਸ਼ਨ ਹੈ? ਬਿਲਕੁਲ ਠੀਕ ਹੈ ਜੀ। ਸਿੱਧਾ ਹਾਲ ਦੀ ਘੜੀ ਇਹਨਾਂ ਦਾ ਕੋਈ ਕਨੈਕਸ਼ਨ ਨਹੀਂ ਹੈ, ਪਰ ਉਹਨਾਂ ਕਾਨੂੰਨਾਂ ਦੇ ਮੁਤਾਬਕ ਇਹ ਗੱਲ ਬਿਲਕੁਲ ਜਾਇਜ਼ ਸੀ ਕਿ ਵੱਡੀ ਖਰੀਦ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਾਰਪੋਰੇਟ ਘਰਾਣੇ ਕਰਨਗੇ। ਇਹਦੇ ਪਿੱਛੇ ਨੀਤਾ ਜੀ ਬੜੇ ਲੰਬੇ ਚੌੜੇ ਕਾਰਨ ਨੇ, ਪੂਰਾ ਇਹਦਾ ਪੂਰਾ ਅਸੀਂ ਪ੍ਰੋਗਰਾਮ ਕਰ ਸਕਦੇ ਇਹਦੇ ਤੇ, ਪਰ ਜੇ ਅਸੀਂ ਥੋੜ੍ਹੀ ਗੱਲ ਕਰੀਏ ਤੇ ਇੱਕ MSP ਜਿਹੜੀ ਦਿੱਤੀ ਜਾਂਦੀ ਆ ਹਰ ਫਸਲ ਦੇ ਉੱਤੇ, ਤੇ ਸਰਕਾਰ ਚਾਹੁੰਦੀ ਆ ਕਿ ਉਹ MSP ਨਾ ਦਿੱਤੀ ਜਾਵੇ। ਜੇਕਰ ਇਹਨੂੰ ਅਸੀਂ ਛੋਟੇ ਜਿਹੇ ਰੂਪ 'ਚ ਸਮਝਣਾ ਹੋਵੇ ਤਾਂ ਤੁਸੀਂ ਇੱਦਾਂ ਸਮਝ ਲਓ, ਇੱਕ ਦੌਰ ਸੀ ਜਦੋਂ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਜਿਹੜੀ ਅੰਨ ਭੰਡਾਰ ਆ ਬਹੁਤ ਘੱਟ ਸੀ। ਭੰਡਾਰ ਨਹੀਂ, ਅੰਨ ਦੀ ਫਸਲ ਹੀ ਬਹੁਤ ਘੱਟ ਹੁੰਦੀ ਸੀ। ਤੇ ਸਾਡੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਨੇ ਇੱਕ ਵਾਰ ਇਹ ਵੀ ਕਿਹਾ ਸੀਗਾ ਕਿ ਕਿੰਨਾ ਚੰਗਾ ਹੋਵੇ ਜੇਕਰ ਹਰ ਇੱਕ ਮੁਲਕ ਦਾ ਹਰ ਇੱਕ ਬਸ਼ਿੰਦਾ
ਹਫ਼ਤੇ 'ਚ ਇੱਕ ਦਿਨ ਦਾ ਵਰਤ ਰੱਖ ਲਏ ਤੇ ਬਹੁਤ ਸਾਰੇ ਦਾਣੇ ਜਿਹੜੇ ਆ, ਬਹੁਤ ਸਾਰਾ ਅਨਾਜ ਜਿਹੜਾ ਬਚੇਗਾ, ਜਿਹਦੇ ਨਾਲ ਬਹੁਤ ਸਾਰੇ ਭੁੱਖਿਆਂ ਨੂੰ ਰੋਟੀ ਦਿੱਤੀ ਜਾ ਸਕੇਗੀ। ਤੇ ਅਸੀਂ ਉਸ ਘਟਨਾ ਬਾਰੇ ਵੀ ਜਾਣਦੇ ਹਾਂ, ਜਦੋਂ ਇੰਦਰਾ ਗਾਂਧੀ ਨੇ ਅਮਰੀਕਾ ਤੋਂ ਕਣਕ ਦੀ ਡਿਮਾਂਡ ਕੀਤੀ ਤੇ ਉਹਨਾਂ ਨੇ ਅੱਗੋਂ ਵੀਅਤਨਾਮ ਯੁੱਧ ਦੇ ਵਿੱਚ ਅਮਰੀਕਾ ਦੀ ਸਥਿਤੀ ਨੂੰ ਸਹੀ ਹੋਣ ਦੀ ਗੱਲ ਕੀਤੀ। ਫਿਰ ਪੰਜਾਬ ਦੇ ਖੇਤੀ ਮਾਹਰ ਸੀ, ਉਹਨਾਂ ਨੇ ਇੰਦਰਾ ਗਾਂਧੀ ਨੂੰ ਕਿਹਾ ਕਿ ਸਾਨੂੰ ਤੁਸੀਂ ਚੰਗਾ ਬੀਜ ਮੰਗਾ ਦਿਓ ਤੇ ਅਸੀਂ ਕਣਕ ਦੀ ਪੈਦਾਵਾਰ ਵਧਾ ਦਿਆਂਗੇ। ਉਹ ਸਾਰੀਆਂ ਗੱਲਾਂ ਚੱਲਦੀਆਂ 70 ਦੇ 80 ਦੇ ਦਹਾਕੇ 'ਚ ਗ੍ਰੀਨ ਰੈਵੋਲੂਸ਼ਨ ਦੇ ਤੌਰ ਤੇ ਸਾਹਮਣੇ ਆਈਆਂ ਤੇ ਭਾਰਤ ਇੱਕ ਅੰਨ ਪ੍ਰਧਾਨ ਦੇਸ਼ ਬਣ ਗਿਆ। ਤੇ ਅੱਜ ਵੀ ਕੱਲ ਜਦੋਂ ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਵਿੱਚ ਇੱਕ ਉਦਘਾਟਨ ਕੀਤਾ ਕਿਸੇ ਸਮਾਜ ਸੇਵੀ ਸੰਸਥਾ ਦੇ ਕਿਸੇ ਹੋਸਟਲ ਦਾ, ਤੇ ਉੱਥੇ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਤੇ ਇੰਨਾ ਅੰਨ ਆ, ਜੇ WHO ਜਾਂ UN ਕਹਿਣ ਤੇ ਅਸੀਂ ਸਾਰੇ ਦੇਸ਼ ਨੂੰ, ਸਾਰੀ ਦੁਨੀਆ ਨੂੰ ਅੰਨ ਸਪਲਾਈ ਕਰ ਸਕਦੇ ਹਾਂ। ਉਹਨਾਂ ਨੇ ਇਸ ਗੱਲ ਦੀ ਗੱਲ ਵੀ ਕੀਤੀ ਕਿ ਅਸੀਂ ਕੋਵਿਡ ਦੇ ਦੌਰਾਨ 80 ਕਰੋੜ ਤੋਂ ਵੱਧ ਲੋਕਾਂ ਨੂੰ ਇੱਥੇ ਮੁਫਤ ਜਿਹੜਾ ਅਨਾਜ ਆ ਉਹ ਵੰਡਿਆ। ਪਰ ਦੇਖੋ ਗੱਲ ਹੁਣ ਇਹ ਸਮਝਣੀ ਪਵੇਗੀ ਕਿ ਕੀ ਇਹ ਗੱਲਾਂ ਚੰਗੀਆਂ ਨੇ? ਕੀ 70 ਵਾਲੀ 60 ਵਾਲੀ ਪਾਲਿਸੀ ਦੇ ਉੱਤੇ ਚੱਲ ਕੇ ਇੰਨਾ ਅੰਨ ਉਗਾਈ ਜਾਣਾ ਤੇ ਇਸ ਅੰਨ ਨੂੰ ਉਗਾਉਣ ਦੇ ਪਿੱਛੇ ਕਿੰਨੀ ਪਾਣੀ, ਕਿੰਨੀ ਬਿਜਲੀ, ਕਿੰਨੀਆਂ ਖਾਦਾਂ ਤੇ ਕਿੰਨੀਆਂ ਦਵਾਈਆਂ ਦੀ ਵਰਤੋਂ ਕਰੀ ਜਾਣੀ ਜਾਇਜ਼ ਹੈ? ਅੱਜ ਵੀ ਭਾਰਤ ਦੇ ਬਫਰ ਸਟਾਕ ਦੇ ਵਿੱਚ 2.5 ਗੁਣਾ ਤੋਂ ਵੱਧ ਅੰਨ ਜਿਹੜਾ ਪਿਆ ਹੈ ਜਿੰਨੀ ਸਾਡੀ ਲੋੜ ਹੈ। ਤੇ ਨਾਲ ਦੀ ਨਾਲ ਫਿਰ ਉਹਦੇ ਉੱਤੇ ਬਹੁਤ ਸਾਰਾ ਪੈਸਾ ਵੀ ਭਾਰਤ ਸਰਕਾਰ ਨੂੰ MSP ਤੇ ਖਰਚਣਾ ਪੈਂਦਾ। ਹਾਲਾਂਕਿ ਜਿਹੜੀ MSP ਆ ਉਹ ਅਨਾਜ ਦੇ ਉੱਤੇ ਪੰਜਾਬ ਸਮੇਤ ਕੁਝ ਕੁ ਸੂਬਿਆਂ ਤੇ ਹੀ ਮਿਲਦੀ ਆ, ਬਾਕੀ ਸੂਬਿਆਂ ਤੇ ਨਹੀਂ ਮਿਲਦੀ। ਤੇ ਸ਼ਰਮਾ ਜੀ, ਹੁਣ ਮੈਂ ਤੁਹਾਨੂੰ ਇੱਥੇ ਟੋਕ ਰਹੀ ਹਾਂ ਕਿ MSP ਦੀ ਤੁਸੀਂ ਗੱਲ ਕੀਤੀ ਹੈ, ਹੁਣ ਜਿਹੜੀ ਕਣਕ ਦੀ ਖਰੀਦੋ ਫਰੋਖਤ ਹੈ ਉਹ MSP ਦੇ ਹਿਸਾਬ ਨਾਲ ਮਿਲ ਰਹੀ ਹੈ ਜਾਂ ਉਸ ਤੋਂ ਘੱਟ ਦੇ ਰੇਟ ਤੇ ਮਿਲ ਰਹੀ ਹੈ? ਦੇਖੋ, ਇਹ ਜਿਹੜੀ ਸਰਕਾਰੀ ਖਰੀਦ ਦਾ ਟਾਈਮ ਹੈ 1 ਅਪ੍ਰੈਲ ਤੋਂ ਸ਼ੁਰੂ ਹੁੰਦਾ ਹੈ, ਮਈ ਤੱਕ ਚੱਲਦਾ ਹੈ। ਇਸ ਸਮੇਂ ਦੇ ਵਿੱਚ ਤਾਂ ਜ਼ਾਹਿਰ ਤੌਰ ਤੇ ਸਰਕਾਰ ਇਸ ਗੱਲ ਲਈ ਪ੍ਰਤੀਬੱਧ ਹੁੰਦੀ ਹੈ, ਏਜੰਸੀਆਂ ਇਸ ਗੱਲ ਲਈ ਬੱਝੀਆਂ ਹੁੰਦੀਆਂ ਨੇ ਕਿ ਉਹਨਾਂ ਨੇ MSP ਤੇ ਹੀ ਖਰੀਦ ਕਰਨੀ ਹੈ। ਪਰ ਅੱਗੇ ਜਾ ਕੇ ਉਹ ਕਈ ਵਾਰ ਫਿਰ ਡਿਮਾਂਡ ਐਂਡ ਸਪਲਾਈ ਦਾ ਰੂਲ ਆ ਜਾਂਦਾ। ਜੇਕਰ ਬਾਜ਼ਾਰ ਦੇ ਵਿੱਚ ਚੀਜ਼ ਵਾਧੂ ਹੈ ਤੇ ਉਹਦੀ ਜਿਹੜੀ ਕੀਮਤ ਹੈ ਉਹ ਘਟ ਜਾਂਦੀ ਹੈ, ਜੇਕਰ ਚੀਜ਼ ਘੱਟ ਆ ਤੇ ਉਹਦੀ ਕੀਮਤ ਵੱਧ ਜਾਂਦੀ ਹੈ। ਇਸ ਸਾਲ ਦੇ ਜੋ ਅਸਾਰ ਨੇ, ਜੋ ਅੰਦਾਜ਼ੇ ਨੇ, ਉਹਦੇ 'ਚ ਵੱਡੇ ਕਾਰਨ ਕਰੋਨਾ ਵੀ ਹੈ, ਅਫਗਾਨਿਸਤਾਨ ਦੇ ਬੁਰੇ ਹਾਲਾਤ ਵੀ ਹਨ, ਸ਼੍ਰੀਲੰਕਾ ਦੇ ਬੁਰੇ ਹਾਲਾਤ ਵੀ ਹਨ ਤੇ ਯੂਕਰੇਨ ਰੂਸ ਦਾ ਯੁੱਧ ਵੀ ਬੁਰੇ ਹਾਲਾਤ ਹਨ। ਇਹਨਾਂ ਕਾਰਨਾਂ ਦੇ ਚੱਲਦੇ ਪੂਰੀ ਦੁਨੀਆ ਦੇ ਵਿੱਚ ਜਿਹੜੀ ਆ ਉਹ ਅਨਾਜ ਵਾਲੀਆਂ ਚੀਜ਼ਾਂ ਦੀ ਜਿਹੜੀ ਕੀਮਤ ਆ, ਜਿਹੜੀ ਡਿਮਾਂਡ ਆ ਉਹ ਕਾਫੀ ਆ, ਤੇ ਡਿਮਾਂਡ ਕਾਫੀ ਹੋਣ ਕਰਕੇ ਜਿਹੜੀ ਕੀਮਤ ਆ ਉਹ ਵੱਧ ਮਿਲਣ ਦੇ ਅਸਾਰ ਨੇ। ਹਾਲੇ ਤੱਕ ਉਹ MSP ਦੇ ਉੱਤੇ ਹੀ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਹੈ, MSP ਤੇ ਹੀ ਖਰੀਦ ਹੋ ਰਹੀ ਆ। ਪਰ ਆਮ ਅੰਦਾਜ਼ੇ ਨੇ ਕਿ ਇਹ ਜਿਵੇਂ ਹੀ ਸਰਕਾਰੀ ਖਰੀਦ ਖਤਮ ਹੁੰਦੀ ਆ, ਕਣਕ ਦੇ ਭਾਅ ਦੇ ਵਿੱਚ ਵੱਡਾ ਉਛਾਲ ਜਿਹੜਾ ਆ ਉਹ ਦੇਖਣ ਨੂੰ ਮਿਲ ਸਕਦਾ ਹੈ। ਨੀਤਾ ਜੀ, ਇਹ ਤਾਂ ਉਹ ਸੀ ਬਫਰ ਸਟਾਕ ਜਾਂ MSP ਦੀ ਗੱਲ। ਪਰ ਗੱਲ ਜਿਹੜੀ ਤੁਸੀਂ ਕੀਤੀ ਸੀ, ਇੱਕ ਸਵਾਲ ਤੁਹਾਡਾ ਸੀਗਾ ਕਾਰਪੋਰੇਟ ਘਰਾਣਿਆਂ ਦਾ ਰੋਲ, ਉਹ ਗੱਲ ਥੋੜੀ ਜਿਹੀ ਡੀਟਰੈਕ ਹੋ ਗਈ। ਕਈ ਵਾਰ ਗੱਲਾਂ ਕਰਦੇ ਕਰਦੇ ਆਪਾਂ ਅੱਗੇ ਪਿੱਛੇ ਲੰਘ ਜਾਂਦੇ ਹਾਂ। ਜੀ। ਕਾਰਪੋਰੇਟ ਘਰਾਣਿਆਂ ਨੇ ਪੰਜਾਬ ਦੇ ਵਿੱਚ ਸਟੋਰੇਜ ਬਣਾਏ ਹੋਏ ਨੇ, ਜਿਨ੍ਹਾਂ ਨੂੰ ਸੀਲੋ ਕਹਿੰਦੇ ਆ, ਜਿਹੜਾ ਕਿ ਮੋਗੇ ਲਾਗੇ ਇੱਕ ਅਡਾਨੀ ਦਾ ਹੈ। ਜਦੋਂ ਕਿਸਾਨ ਅੰਦੋਲਨ ਚੱਲਦਾ ਸੀ ਤੇ ਸਾਲ 1.5 ਸਾਲ ਤੱਕ ਉਸ ਸੀਲੋ ਨੂੰ, ਉਸ ਅਦਾਰੇ ਨੂੰ ਬੰਦ ਰੱਖਿਆ ਗਿਆ ਕਿਸਾਨਾਂ ਵੱਲੋਂ। ਹੁਣ ਖਬਰਾਂ ਇਹ ਨੇ ਕਿ ਉੱਥੇ ਜਿਹੜੀ ਆ ਕਣਕ ਦੀ ਖਰੀਦ ਧੜਾ ਧੜ ਹੋ ਰਹੀ ਆ। ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਉਹ ਜਿਹੜਾ ਸੀਲੋ ਆ ਉਹ ਬਣਾਇਆ ਜ਼ਰੂਰ ਅਡਾਨੀ ਨੇ ਹੈ, ਪਰ ਉਹ ਅਗਲੇ ਆਉਣ ਵਾਲੇ 2-3 ਸਾਲਾਂ ਤੱਕ ਲਗਭਗ 2025 ਤੱਕ FCI ਕੋਲੇ ਕਿਰਾਏ ਤੇ ਦਿੱਤਾ ਹੋਇਆ ਹੈ। ਉੱਥੇ ਜਿਹੜਾ ਭੰਡਾਰਨ ਕਰਨਾ ਹੈ ਉਹ FCI ਨੇ ਕਰਨਾ ਹੈ, ਫੂਡ ਕਾਰਪੋਰੇਸ਼ਨ ਆਫ ਇੰਡੀਆ ਨੇ ਕਰਨਾ ਹੈ। ਅੱਛਾ ਜੀ। ਪਰ ਤੁਸੀਂ ਇਹ ਦੇਖੋ ਕਿ ਉਹਦੇ 'ਚ FCI ਦੀ ਵੀ ਚਾਲ ਹੋ ਸਕਦੀ ਹੈ, ਸਰਕਾਰ ਦੀ ਵੀ ਉਹਦੇ ਵਿੱਚ ਕੁਝ ਹਿੱਸੇਦਾਰੀ ਹੋ ਸਕਦੀ ਹੈ ਕਿ ਉਸ ਕਣਕ ਦੀ ਖਰੀਦ ਮੰਡੀ ਵਿੱਚ ਨਾ ਹੋ ਕੇ ਸਿੱਧੀ ਦੀ ਸਿੱਧੀ ਜਿਹੜੀ ਆ ਉਹ ਸੀਲੋ 'ਚ ਹੁੰਦੀ ਹੈ। ਬਾਅਦ ਵਿੱਚ ਉਸ ਖਰੀਦ ਨੂੰ ਪਰਚੀਆਂ ਦੇ ਤੌਰ ਤੇ ਜਾਂ ਸੇਲ ਦੇ ਤੌਰ ਤੇ ਜਦੋਂ ਜੇ ਫਾਰਮ ਦੇਣੇ ਨੇ ਕਿਸਾਨਾਂ ਨੂੰ, ਕਿਸ ਤਰੀਕੇ ਨਾਲ ਦਿਖਾਇਆ ਜਾਵੇਗਾ, ਇਹ ਬਾਅਦ ਦੀ ਗੱਲ ਹੈ। ਪਰ ਵੱਡੀ ਮਾਤਰਾ ਦੇ ਵਿੱਚ ਕਿਸਾਨ ਆਪਣੀ ਫਸਲ ਜਿਹੜੀ ਆ ਉਹ ਉੱਥੇ ਲੈ ਕੇ ਜਾ ਰਹੇ ਨੇ। ਹੁਣ ਦੇਖੋ, ਉਹ ਉੱਥੇ ਕਿਸਾਨ ਆਪਣੀ ਫਸਲ ਕਿਉਂ ਲੈ ਕੇ ਜਾ ਰਹੇ ਨੇ? ਕਿਸਾਨ ਨੇ ਫਸਲ ਪੈਦਾ ਕਰ ਲਈ, ਵੱਢ ਲਈ, ਕਣਕ ਟਰਾਲੀ 'ਚ ਲੱਦ ਲਈ। ਜਦੋਂ ਉਹ ਮੰਡੀ ਜਾਂਦਾ ਤੇ ਮੰਡੀ ਦੇ ਵਿੱਚ ਜਿਹੜਾ ਬਾਰਦਾਨਾ ਹੈ ਉਹਨੂੰ ਉਹ ਜਿਹੜੀ ਖਰੀਦ ਏਜੰਸੀ ਆ ਉਹ ਦਿੰਦੀ ਆ। ਬੋਰੀਆਂ ਜਿਹੜੀਆਂ ਆ ਉਹ ਉਹਨਾਂ ਨੂੰ ਉਹ ਖਰੀਦ ਏਜੰਸੀ ਪ੍ਰੋਵਾਈਡ ਕਰਾਉਂਦੀ ਆ। ਖਰੀਦ ਏਜੰਸੀਆਂ 1-2 ਦਿਨਾਂ 'ਚ ਕੰਮ ਨਹੀਂ ਕਰ ਰਹੀਆਂ ਸਨ, ਜਦ ਕਿ ਸੀਲੋ ਜਿਹੜੇ ਨੇ ਉੱਥੇ ਜਿਹੜਾ ਸਟੋਰੇਜ ਵਿਵਸਥਾ ਹੈ ਉਹਨੂੰ ਸੀਲੋ ਹੀ ਕਹਿੰਦੇ ਨੇ। ਉਹ ਸਟੀਲ ਦੇ ਵੱਡੇ ਵੱਡੇ ਡਰਮ ਨੇ। ਇੱਕ ਡਰਮ ਦੀ ਕਪੈਸਿਟੀ ਜਿਹੜੀ ਉਹ ਸ਼ਾਇਦ 12,000 ਟਨ ਦੱਸੀ ਜਾਂਦੀ ਆ। ਉੱਥੇ ਕਾਫੀ ਸਾਰੇ ਸਟੋਰ ਬਣੇ ਹੋਏ ਨੇ। ਜਦੋਂ ਤੁਸੀਂ ਮੋਗੇ ਤੋਂ ਜਾਂਦੇ ਆ ਮੁਕਤਸਰ ਵਾਲੇ ਪਾਸੇ ਨੂੰ ਤੇ ਤੁਹਾਨੂੰ ਉਹ ਨਜ਼ਰ ਆਉਂਦੇ ਨੇ ਉੱਥੇ ਬਿਲਕੁਲ ਸਾਈਡ ਤੇ। ਅੱਛਾ ਜੀ। ਉੱਥੇ ਕਿਸਾਨ ਜਾਂਦੇ ਨੇ ਤੇ ਉਹਨਾਂ ਨੂੰ ਉੱਥੇ ਅੱਧੇ ਘੰਟੇ ਦੇ ਵਿੱਚ ਜਾਂ ਕੁਝ ਸਮੇਂ ਦੇ ਵਿੱਚ ਹੀ ਉਹਨਾਂ ਦੀ ਜਿਹੜੀ ਟਰਾਲੀ ਆ ਉਹ ਸਿੱਧੀ ਦੀ ਸਿੱਧੀ ਉਹਦੇ 'ਚ ਚਲੀ ਜਾਂਦੀ ਆ। ਉੱਥੇ ਉਹਨਾਂ ਦਾ ਖਰਚਾ ਬਚਦਾ ਹੈ, ਲੇਬਰ ਬਚਦੀ ਹੈ, ਉਹ ਜਿਹੜੀਆਂ ਬੋਰੀਆਂ ਉਹਨਾਂ ਦੀ ਲੋੜ ਹੀ ਨਹੀਂ ਪੈਂਦੀ ਤੇ ਉਹਨਾਂ ਨੂੰ ਪਰਚੀ ਮਿਲ ਜਾਂਦੀ ਹੈ ਤੇ ਪੇਮੈਂਟ ਵੀ ਜਲਦੀ ਹੋ ਜਾਂਦੀ ਆ। ਪਰ ਉਹ ਜਿਹੜੀ ਖਰੀਦ ਆ ਉਹ FCI ਦੀ ਹੀ ਹੋ ਰਹੀ ਹੈ। ਪਰ ਇਹਦੇ ਪਿੱਛੇ ਉਹ ਸਾਰੀਆਂ ਕਾਰਨ ਜ਼ਿੰਮੇਵਾਰ ਨੇ ਕਿ ਜੇਕਰ ਇੱਕ ਵਾਰ ਕਿਸਾਨਾਂ ਨੂੰ ਇਹ ਆਦਤ ਬਣੇਗੀ, ਮੰਡੀ ਉਹ ਅਗਲੀ ਵਾਰ ਨਹੀਂ ਜਾਣਗੇ ਤੇ ਸਰਕਾਰ ਕੋਲ ਉਹ ਬਹਾਨਾ ਹੋਵੇਗਾ
ਕਿ ਮੰਡੀ ਤੇ ਦੇਖੋ ਜੀ ਹੁਣ ਕੋਈ ਆਉਂਦਾ ਨਹੀਂ ਤੇ ਅਸੀਂ ਮੰਡੀਆਂ ਬੰਦ ਕਰ ਦਿੰਦੇ ਹਾਂ। ਇਹੀ ਉਸ ਕਾਨੂੰਨ ਦੀ ਧਾਰਾ ਸੀ ਜਿਹਦੇ ਨਾਲ ਮੰਡੀ ਨੂੰ ਡੀਨੋਟੀਫਾਈ ਕਰਕੇ ਤੇ ਸਾਰੇ ਪੰਜਾਬ ਨੂੰ ਮੰਡੀਆਂ ਘੋਸ਼ਿਤ ਕਰ ਦਿੱਤਾ ਗਿਆ ਸੀ ਕਿ ਜਿਹੜਾ ਮਰਜ਼ੀ ਜਿੱਥੋਂ ਮਰਜ਼ੀ ਖਰੀਦ ਲੇ। ਪਰ ਇਹ ਗੱਲ ਜਿਹੜੀ ਆ ਉਹ ਸਰਕਾਰ ਨੂੰ, ਖੇਤੀ ਅਦਾਰਿਆਂ ਨੂੰ, ਯੂਨੀਵਰਸਿਟੀਆਂ ਨੂੰ ਤੇ ਸਾਰੀਆਂ ਹੀ ਚੀਜ਼ਾਂ ਨੂੰ ਇਹਦੇ ਬਾਰੇ ਸੋਚਣਾ ਪਵੇਗਾ। ਕਿਸਾਨਾਂ ਨੂੰ ਇਹਦੇ ਬਾਰੇ ਵੱਧ ਸੋਚਣਾ ਪਵੇਗਾ ਕਿ ਅਸੀਂ ਜਿੰਨੇ ਵੱਧ ਸਾਧਨ ਲਾ ਕੇ, ਉਹਨਾਂ ਸਾਧਨਾਂ ਦੇ ਵਿੱਚ ਬਿਜਲੀ, ਪਾਣੀ, ਮਿਹਨਤ, ਦਵਾਈਆਂ, ਖਾਦਾਂ ਸ਼ਾਮਲ ਨੇ, ਇੰਨਾ ਕੁਝ ਕਰਕੇ ਕਣਕ ਤੇ ਝੋਨਾ ਮੁੱਖ ਫਸਲਾਂ ਉਗਾਉਂਦੇ ਆ, ਫਿਰ ਸਰਕਾਰ ਤੋਂ MSP ਦੀ ਵੀ ਮੰਗ ਕਰਦੇ ਆ ਤੇ ਸਰਕਾਰ ਇਸ ਲਈ ਪਰੇਸ਼ਾਨ ਵੀ ਹੈ। ਸਾਨੂੰ ਬਦਲਵੀਆਂ ਫਸਲਾਂ ਵਾਲੇ ਪਾਸੇ ਆਉਣਾ ਪਵੇਗਾ, ਚਾਹੇ ਉਹ ਤੇਲ ਬੀਜ ਹੋਣ, ਚਾਹੇ ਉਹ ਦਾਲਾਂ ਹੋਣ, ਚਾਹੇ ਉਹ ਕੁਝ ਹੋਰ ਫਸਲਾਂ ਹੋਣ ਜਿਹੜੀਆਂ ਕਿ ਅਸੀਂ ਇਹਨਾਂ ਦੇ ਮੁਕਾਬਲੇ ਉਗਾ ਸਕਦੇ ਹਾਂ। ਸਾਡੀਆਂ ਜ਼ਮੀਨਾਂ ਉਹਨਾਂ ਲਈ ਜ਼ਰਖੇਜ਼ ਹਨ। ਇਹਦੇ ਲਈ ਇਕੱਲੇ ਕਿਸਾਨ ਨਹੀਂ ਬਲਕਿ ਸਰਕਾਰਾਂ ਅਤੇ ਜਿਹੜੇ ਖੇਤੀਬਾੜੀ ਅਦਾਰੇ ਨੇ ਉਹਨਾਂ ਨੂੰ ਵੀ ਕਿਸਾਨਾਂ ਨੂੰ ਇਸ ਚੀਜ਼ ਨੂੰ ਲੈ ਕੇ ਅਵੇਅਰ ਕਰਨਾ ਪਵੇਗਾ, ਜਾਗਰਤ ਕਰਨਾ ਪਵੇਗਾ ਤੇ ਉਹਨਾਂ ਚੀਜ਼ਾਂ ਦੇ ਜਿਹੜੇ ਮੁੱਲ ਨੇ ਉਹਨਾਂ ਬਾਰੇ ਧਿਆਨ ਦੇਣਾ ਪਵੇਗਾ। ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਤੇਲ ਬੀਜ, ਬਹੁਤ ਸਾਰੀਆਂ ਦਾਲਾਂ ਭਾਰਤ ਬਾਹਰੋਂ ਮੰਗਵਾਉਂਦਾ ਹੈ। ਹੋ ਸਕਦਾ ਹੈ ਉੱਥੋਂ ਰੇਟ ਦੇ ਕੁਝ ਫਰਕ ਪੈਂਦੇ ਹੋਣ, ਪਰ ਜਿੰਨੀ ਅਸੀਂ MSP ਕਣਕ ਤੇ ਝੋਨੇ ਨੂੰ ਲੈ ਕੇ ਦਿੰਦੇ ਹਾਂ, ਤੁਸੀਂ ਅੱਜ ਹੀ ਮੈਂ ਇੱਕ ਅਰਥਸ਼ਾਸਤਰੀ ਦੀ ਗੱਲ ਸੁਣਦਾ ਸੀ ਨੀਤਾ ਜੀ, 1.5 ਲੱਖ ਰੁਪਏ ਦਾ ਅਨਾਜ ਭਾਰਤ ਕੋਲ ਬਫਰ ਸਟਾਕ ਪਿਆ ਜੀ। 50 ਮਿਲੀਅਨ ਟਨ ਜਾਂ 50 ਮਿਲੀਅਨ ਮੀਟ੍ਰਿਕ ਟਨ ਦੀ ਕਪੈਸਿਟੀ ਹੈ ਸਾਰੀ ਦੁਨੀਆ ਦੇ ਵਿੱਚ ਚੌਲ ਵੇਚਣ ਦੀ ਤੇ 20 ਮਿਲੀਅਨ ਟਨ ਕੱਲਾ ਭਾਰਤ ਵੇਚਦਾ ਹੈ। ਸਾਨੂੰ ਜ਼ਰੂਰਤ ਨਹੀਂ ਹੈ ਇੰਨੀ ਵੱਡੀ ਕੀਮਤ ਦੇ ਵਿੱਚ ਪਾਣੀ ਖਰਚ ਕੇ, ਇੰਨੀ ਵੱਡੀ ਕੀਮਤ ਦੇ ਵਿੱਚ ਬਿਜਲੀ ਖਰਚ ਕੇ, ਇੰਨੀ ਜ਼ਿਆਦਾ ਮਿਹਨਤ ਕਰਕੇ, ਇੰਨੀਆਂ ਜ਼ਿਆਦਾ ਦਵਾਈਆਂ ਤੇ ਖਾਦਾਂ ਦੀ ਵਰਤੋਂ ਕਰਕੇ ਇੰਨੇ ਮਹਿੰਗੇ ਚੌਲ ਉਗਾ ਕੇ ਦੁਨੀਆ ਨੂੰ ਵੇਚਣ ਲਈ, ਕਿਉਂਕਿ ਪੈਸੇ ਤੇ ਤੁਹਾਨੂੰ ਉੱਥੋਂ ਮਿਲ ਜਾਣਗੇ ਘੱਟ ਜਾਂ ਵੱਧ, ਪਰ ਪਾਣੀ ਤੇ ਬਿਜਲੀ ਜਿਹੜੀ ਆ ਉਹ ਕਿਸੇ ਨੇ ਨਹੀਂ ਦੇਣੀ। ਸੋ ਇਹਦੇ ਲਈ ਸਰਕਾਰਾਂ ਨੂੰ ਉਹ 70 ਤੇ 80 ਵਾਲੀ ਪਾਲਿਸੀ ਨੂੰ ਛੱਡ ਕੇ 2022 ਤੋਂ ਅਗਲੀ ਜਿਹੜੀ ਪਾਲਿਸੀ ਆ ਉਹਨੂੰ ਅਪਣਾਉਣ ਦੀ ਲੋੜ ਹੈ। ਜੀ ਸ਼ਰਮਾ ਜੀ, ਬਾਕੀ ਖਬਰਾਂ ਦੀ ਮੁਰੰਮਤ ਲਈ ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। ਸ਼ਰਮਾ ਜੀ, ਆਪਾਂ ਹੁਣੇ ਗੱਲ ਕੀਤੀ ਸੀਗੀ ਰਾਮਨੌਮੀ ਦੀ। ਕੱਲ ਦੇ ਪ੍ਰੋਗਰਾਮ 'ਚ ਆਪਾਂ ਰਾਮਨੌਮੀ ਦਾ ਜ਼ਿਕਰ ਕੀਤਾ ਕਿ ਉੱਥੇ ਦੇਸ਼ ਵਿੱਚ ਬਹੁਤ ਜਿਹੜੀਆਂ ਹਿੰਸਕ ਘਟਨਾਵਾਂ ਅਸੀਂ ਸੁਣਦੇ ਰਹੇ ਹਾਂ, ਬਹੁਤ ਹੀ ਹਲਚਲ ਮਚੀ ਹੈ, ਬਹੁਤ ਲੋਕੀ ਮਾਰੇ ਗਏ ਨੇ ਇਹਦੇ ਵਿੱਚ। ਤੇ ਹੁਣ ਜਿਹੜੀ ਆਪਾਂ ਸੁਣਨ ਦੀ ਗੱਲ ਕਰੀਏ ਕਿ ਮੱਧ ਪ੍ਰਦੇਸ਼ ਵਿੱਚ ਕੁਝ ਲੋਕਾਂ ਦੇ ਘਰ ਢਾਹ ਦਿੱਤੇ ਗਏ ਨੇ ਤੇ ਰਾਮਨੌਮੀ ਦੀ ਹਿੰਸਾ ਤੇ ਉਸ ਤੋਂ ਬਾਅਦ ਲੋਕਾਂ ਦੇ, ਆਮ ਜਨਤਾ ਦੇ ਘਰ ਢਾਹ ਦੇਣੇ, ਇਹ ਕੀ ਮਸਲਾ ਹੋਇਆ? ਇਸ ਤੋਂ ਪਹਿਲਾਂ ਕਿ ਅਸੀਂ ਖਰਗੋਨ ਮੱਧ ਪ੍ਰਦੇਸ਼ ਦੀ ਘਟਨਾ ਦਾ ਜ਼ਿਕਰ ਕਰਾਂ, ਮੈਨੂੰ ਅੱਜ ਇੱਕ ਕਿਤੋਂ ਪੜ੍ਹਨ ਨੂੰ ਮਿਲਦਾ ਸੀ 1928 ਦੇ ਵਿੱਚ ਭਗਤ ਸਿੰਘ ਦਾ ਦਿੱਤਾ ਹੋਇਆ ਇੱਕ ਲੇਖ, ਇੱਕ ਭਾਸ਼ਣ ਜਿਹੜਾ ਕਿ ਉਹਨਾਂ ਨੇ ਲਾਹੌਰ ਦੰਗਿਆਂ ਦੇ ਸਬੰਧ 'ਚ ਦਿੱਤਾ ਸੀ। 1928 ਅੱਜ ਤੋਂ 96 ਵਰੇ ਪਹਿਲਾਂ ਭਗਤ ਸਿੰਘ ਬੋਲਦੇ ਨੇ ਕਿ ਭਾਰਤ ਵਿੱਚ ਦੰਗੇ ਹੋਣ ਲਈ ਧਰਮ ਹੀ ਕਾਫੀ ਹੈ। ਉਹ ਕਹਿੰਦੇ ਲਾਹੌਰ ਦੇ ਵਿੱਚ ਦੇਖੋ ਕਿਵੇਂ ਕੁਝ ਮੁਸਲਮਾਨਾਂ ਵੱਲੋਂ ਸਿੱਖਾਂ ਤੇ ਹਿੰਦੂਆਂ ਨੂੰ ਬੇਦਰਦੀ ਨਾਲ ਮਾਰ ਦਿੱਤਾ ਗਿਆ ਤੇ ਜਿੱਥੇ ਜਿੰਨਾ ਵਸ ਚੱਲਿਆ ਉੱਥੇ ਸਿੱਖਾਂ ਤੇ ਹਿੰਦੂਆਂ ਨੇ ਵੀ ਇਹੋ ਕੁਝ ਕੀਤਾ। ਉਹ ਕਹਿੰਦੇ ਨੇ ਕਿ ਇੱਥੇ ਮਾਰਨ ਲਈ ਜਾਂ ਇੱਥੇ ਲੜਨ ਲਈ ਜਾਂ ਦੰਗੇ ਭੜਕਾਉਣ ਲਈ ਕੋਈ ਕਾਰਨ ਜ਼ਰੂਰੀ ਨਹੀਂ ਹੈ। ਕਿਸੇ ਨੂੰ ਵੀ ਮਾਰਨ ਲਈ ਉਹਦੀ ਜਾਤੀ ਵਿਸ਼ੇਸ਼ਤਾ ਹੋਣਾ ਹੀ ਕਾਫੀ ਹੈ। ਤੇ ਉਹ ਕਹਿੰਦੇ ਨੇ ਕਿ ਜਦੋਂ ਤੁਸੀਂ ਇਹੋ ਜਿਹੀਆਂ ਸਥਿਤੀਆਂ ਵਿੱਚ ਰਹਿੰਦੇ ਆ, ਫਿਰ ਇਸ ਦੇਸ਼ ਦਾ ਈਸ਼ਵਰ ਹੀ ਮਾਲਕ ਹੈ। ਇੰਨੀ ਦਇਆਨੀय ਸਥਿਤੀ ਜਿਹੜੀ ਆ 1928 'ਚ ਸੀ ਤੇ ਲਗਭਗ ਉੱਥੇ ਹੀ ਉਸੇ ਤਟਸਥ ਜਗ੍ਹਾ ਦੇ ਉੱਤੇ ਅਸੀਂ ਅੱਜ 2022 ਦੇ ਵਿੱਚ ਖੜੇ ਹਾਂ। ਰਾਮਨੌਮੀ ਨੂੰ ਲੈ ਕੇ ਹਿੰਸਾ ਹੁੰਦੀ ਹੈ, ਲੋਕ ਆਪਸ ਵਿੱਚ ਲੜਦੇ ਨੇ, ਬਹੁਤ ਹੀ ਮਾੜੀ ਗੱਲ ਹੈ। ਧਰਮ ਦੇ ਨਾਮ ਤੇ ਲੜਾਈ ਹੋਣੀ ਜਿਹੜੀ ਆ ਉਹ ਬਿਲਕੁਲ ਠੀਕ ਨਹੀਂ ਹੈ। ਅਸੀਂ ਅਕਸਰ ਇਹ ਗੱਲ ਕਰਦੇ ਸੀ ਕਿ ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਵੈਰ ਰੱਖਣਾ, ਪਰ ਜਦੋਂ ਅਸੀਂ ਅਸਲੀਅਤ ਦੇਖਦੇ ਹਾਂ, ਗਰਾਊਂਡ ਰਿਐਲਿਟੀ ਤੇ ਜਾਂਦੇ, ਤੇ ਫਿਰ ਕਦੀ ਨੀਤਾ ਜੀ ਇੱਦਾਂ ਹੀ ਲੱਗਦਾ ਕਿ ਮਜ਼ਹਬ ਹੀ ਸਿਖਾਤਾ ਆਪਸ ਮੇਂ ਵੈਰ ਰੱਖਣਾ। ਹੁਣ ਜਿਹੜੀ ਤੁਹਾਡੀ ਕੱਲ੍ਹ ਦੀ ਤਾਜ਼ਾ ਘਟਨਾਕ੍ਰਮ ਹੈ, ਕੱਲ੍ਹ ਦੀ ਜਾਂ ਪਰਸੋਂ ਦੀ, ਉੱਥੇ ਉਸ ਇੱਕ ਖਾਸ ਜਗ੍ਹਾ ਤੋਂ ਇੱਕ ਜਿਹੜੀ ਰਾਮਨੌਮੀ ਦੀ ਸ਼ੋਭਾ ਯਾਤਰਾ ਜਾਂ ਜਲੂਸ ਜਿਹੜਾ ਉਹ ਨਿਕਲ ਕੇ ਜਾ ਰਿਹਾ ਤੇ ਦੋਨਾਂ ਫਿਰਕਿਆਂ ਦੇ ਲੋਕ, ਮੁਸਲਮਾਨ ਤੇ ਹਿੰਦੂ, ਆਪਸ ਦੇ ਵਿੱਚ ਲੜਦੇ ਨੇ। ਚਾਹੇ ਉਹਦੇ ਵਿੱਚ ਕਸੂਰਵਾਰ ਹਿੰਦੂ ਹੋਣ ਚਾਹੇ ਮੁਸਲਮਾਨ ਹੋਣ, ਅਸੀਂ ਜਿਹੜੀ ਵੀ ਧਿਰ ਕਸੂਰਵਾਰ ਹੈ ਉਹਨੂੰ ਕਿਸੇ ਵੀ ਤਰ੍ਹਾਂ ਨਾਲ ਜਸਟੀਫਾਈ ਨਹੀਂ ਕਰ ਸਕਦੇ, ਉਹਦੇ ਬਚਾਅ ਦੇ ਵਿੱਚ ਕੋਈ ਗੱਲ ਨਹੀਂ ਕਰਦੇ। ਦੋਸ਼ ਜਿਹੜਾ ਆ ਉਹ ਦੋਸ਼ ਹੈ, ਚਾਹੇ ਕਿਸੇ ਦਾ ਵੀ ਹੋਵੇ। ਪਰ ਤੁਸੀਂ ਇਸ ਤੋਂ ਅਗਲੀ ਗੱਲ ਜਿਹੜੀ ਦੁਖੀ ਕਰਨ ਵਾਲੀ ਗੱਲ ਹੈ, ਜਿਹੜੀ ਇੱਕ ਖਰਾਬ ਗੱਲ ਹੈ,
ਉਹ ਇੰਨੀ ਖਰਾਬ ਹੈ ਕਿ ਅਸੀਂ ਜਾਣਦੇ ਹਾਂ ਕਿ ਭਾਰਤ ਦੇ ਕਾਨੂੰਨ ਦੇ ਅਨੁਸਾਰ ਜੇਕਰ ਕਿਸੇ ਨੇ ਕਿਸੇ ਦਾ ਕੁਝ ਵੀ ਦੇਣਾ ਹੋਵੇ ਤੇ ਉਹਦੀ ਛੱਤ ਨਹੀਂ ਉਹ ਤੋਂ ਖੋਈ ਜਾ ਸਕਦੀ ਜੀ। ਪਰ ਇੱਥੇ ਕੀ ਹੋਇਆ ਕਿ ਉਹ ਜਿਹੜੀ ਲੜਾਈ ਝਗੜਾ ਹੋਇਆ, ਗੋਲੀਬਾਰੀ ਵੀ ਹੋਈ, ਦੋਨੋਂ ਤਰ੍ਹਾਂ ਦੇ ਲੋਕ ਜ਼ਖਮੀ ਵੀ ਹੋਏ, ਦੋਨੋਂ ਤਰ੍ਹਾਂ ਦੇ ਲੋਕ ਪੁਲਿਸ ਨੇ ਵੀ ਫੜੇ, FIRs ਵੀ ਦਰਜ ਕੀਤੀਆਂ ਹੋਣਗੀਆਂ। ਪਰ ਮੱਧ ਪ੍ਰਦੇਸ਼ ਦੀ ਸਰਕਾਰ ਕੀ ਕਰਦੀ ਹੈ? ਮੱਧ ਪ੍ਰਦੇਸ਼ ਦੀ ਸਰਕਾਰ ਬੁਲਡੋਜ਼ਰ ਲੈ ਕੇ ਜਾਂਦੀ ਹੈ ਤੇ ਇੱਕ ਖਾਸ ਫਿਰਕੇ ਦੇ ਘਰ ਜਿਹੜੇ ਨੇ, ਦੁਕਾਨਾਂ ਜਿਹੜੀਆਂ ਨੇ ਉਹ ਢਾਹ ਦਿੱਤੀਆਂ ਜਾਂਦੀਆਂ ਨੇ। ਜਦੋਂ ਪੱਤਰਕਾਰ ਸਵਾਲ ਪੁੱਛਦੇ ਨੇ ਤੇ ਗ੍ਰਹਿ ਮੰਤਰੀ ਜਿਹੜੇ ਪ੍ਰਦੇਸ਼ ਦੇ ਨੇ ਉਹ ਕਹਿੰਦੇ ਨੇ ਕਿ ਜਿਨ੍ਹਾਂ ਘਰਾਂ ਚੋਂ ਪੱਥਰ ਆਏ ਸਨ ਉਹਨਾਂ ਦੇ ਘਰਾਂ ਨੂੰ ਪੱਥਰ ਬਣਾ ਦਿੱਤਾ ਜਾਵੇ। ਹੁਣ ਇਹ ਕੇਸ ਕਾਨੂੰਨ ਦੀ ਗੱਲ ਹੈ, ਇਹ ਕੇਸ ਆਦੇਸ਼ ਦੇ ਅਨੁਸਾਰ ਹੋਇਆ ਹੈ। ਬਾਅਦ ਵਿੱਚ ਇਹ ਵੀ ਕਿਹਾ ਗਿਆ ਕਿ ਉਹ ਤੇ ਜੀ ਜਿਹੜੀ ਆ ਜ਼ਬਰਦਸਤੀ ਜਿਹੜੀ ਸੀਗੀ, ਅਤੀਕ੍ਰਮਣ ਕੀਤਾ ਹੋਇਆ ਸੀ, ਉਹ ਤੇ ਨਜਾਇਜ਼ ਕਬਜ਼ੇ ਸਨ ਤੇ ਉਹ ਸਰਕਾਰ ਨੇ ਢਾਏ ਹਨ। ਕੀ ਉਹ ਨਜਾਇਜ਼ ਕਬਜ਼ਿਆਂ ਲਈ ਕੋਈ ਨੋਟਿਸ ਦਿੱਤਾ ਗਿਆ ਸੀ? ਕੀ ਉਹ ਘਰਾਂ ਨੂੰ ਖਾਲੀ ਕਰਾਉਣ ਲਈ ਕੋਰਟ ਦੇ ਆਦੇਸ਼ ਸਨ? ਚਾਹੇ ਉਹ ਮਸਜਿਦ ਦੀਆਂ ਦੁਕਾਨਾਂ ਸਨ, ਚਾਹੇ ਉਹ ਕਿਸੇ ਗਰੀਬ ਦਾ ਘਰ ਸੀ, ਚਾਹੇ ਉਹ ਕਿਸੇ ਅਮੀਰ ਦਾ ਘਰ ਸੀ, ਕੀ ਸਿਰਫ ਔਰ ਸਿਰਫ ਉਹ ਪੱਥਰਬਾਜ਼ੀ ਤੋਂ ਬਾਅਦ ਹੀ ਉਹ ਜਿਹੜੇ ਨੋਟਿਸ ਜਿਹੜੇ ਸੀ ਉਹ ਜਿਹੜਾ ਨਜਾਇਜ਼ ਕਬਜ਼ੇ ਨੇ ਉਹ ਹਟਾਏ ਗਏ? ਇੱਕ ਵਿਅਕਤੀ ਉਸ ਦੰਗਿਆਂ ਲਈ ਦੋਸ਼ੀ ਹੋ ਸਕਦਾ ਹੈ, 2 ਵਿਅਕਤੀ ਦੋਸ਼ੀ ਹੋ ਸਕਦੇ ਨੇ, ਉਸ ਘਰ ਦੇ ਵਿੱਚ ਰਹਿਣ ਵਾਲੇ ਸਾਰੇ ਦੇ ਸਾਰੇ ਜੀ ਦੋਸ਼ੀ ਨਹੀਂ ਹੋ ਸਕਦੇ। ਇੰਨੀ ਜਲਦੀ ਕਾਰਵਾਈ ਤੁਸੀਂ ਕਿਸ ਕਾਨੂੰਨ ਦੇ ਆਧਾਰ ਤੇ ਕਰ ਸਕਦੇ ਆ? ਮੈਂ ਇੱਕ ਵਾਰ ਫੇਰ ਇਹ ਗੱਲ ਕਹਿਣੀ ਚਾਹੁੰਦਾ ਕਿ ਅਸੀਂ ਕਿਸੇ ਵੀ ਦੰਗਈ ਦੇ ਬਚਾਅ ਲਈ ਇੱਕ ਸ਼ਬਦ ਨਹੀਂ ਕਹਿੰਦੇ। ਜਿਹੜਾ ਵੀ ਦੋਸ਼ੀ ਹੈ ਉਹਨੂੰ ਫੜ ਕੇ ਪੁਲਿਸ ਲੈ ਕੇ ਜਾਵੇ, ਉਹਦੇ ਤੇ ਕੇਸ ਚੱਲੇ, ਉਹਦੇ ਤੇ ਜਲਦੀ ਤੋਂ ਜਲਦੀ ਸੁਣਵਾਈ ਕਰਾਓ, ਭਾਵੇਂ ਉਹਦੇ ਲਈ ਫਾਸਟ ਕੋਰਟ ਬਣਾਓ, ਭਾਵੇਂ ਉਹਦੇ ਲਈ ਹੁਸ਼ਿਆਰਪੁਰ ਦੀ ਕੋਰਟ ਵਾਂਗ 10 ਦਿਨਾਂ ਦੇ ਵਿੱਚ ਹੀ ਕੋਈ ਫੈਸਲਾ ਕਰਵਾ ਦਿਓ। ਪਰ ਸਰਕਾਰ ਇੱਕ ਦੂਸਰੀ ਧਿਰ ਬਣ ਕੇ ਕੰਮ ਕਿਵੇਂ ਕਰ ਸਕਦੀ ਹੈ? ਕਿਵੇਂ ਲੋਕਾਂ ਦੇ ਘਰ ਢਾਏ ਜਾ ਸਕਦੇ ਨੇ? ਫਿਰ ਸਾਨੂੰ 1928 ਵਾਲੇ ਭਾਸ਼ਣ ਇਸੇ ਕਰਕੇ ਉਹ ਯਾਦ ਕਰਾਉਣੇ ਪੈਂਦੇ ਨੇ ਕਿ 96 ਸਾਲਾਂ ਦੇ ਵਿੱਚ ਬਦਲਿਆ ਕੀ? ਫਿਰ ਇੰਝ ਲੱਗਦਾ ਹੈ ਕਿ ਬਦਲਿਆ ਸਿਰਫ ਇਹੋ ਕਿ ਉਦੋਂ ਅੰਗਰੇਜ਼ ਸਰਕਾਰ ਸੀ ਤੇ ਉਹ ਗੋਰੇ ਸਾਹਿਬ ਹੁੰਦੇ ਸੀ ਤੇ ਹੁਣ ਭੂਰੇ ਸਾਹਿਬ ਆ ਗਏ ਨੇ ਤੇ ਜਿਹੜੀ ਕਾਰਜ ਪ੍ਰਣਾਲੀ ਹੈ ਉਹ ਹਾਲੇ ਵੀ ਇੱਕ ਖਾਸ ਫਿਰਕੇ ਨੂੰ ਲੈ ਕੇ, ਇੱਕ ਖਾਸ ਜਾਤੀ ਨੂੰ ਲੈ ਕੇ ਜਿਹੜੀ ਕੀਤੀ ਜਾਂਦੀ ਹੈ। ਕੀ ਭਗਵਾਨ ਰਾਮ ਨੇ ਇਹੋ ਜਿਹੀ ਕਦੇ ਕੋਈ ਸਿੱਖਿਆ ਦਿੱਤੀ ਹੈ? ਕੀ ਕੁਰਾਨ ਸ਼ਰੀਫ ਦੇ ਵਿੱਚ ਇਹੋ ਜਿਹੀ ਕੋਈ ਗੱਲ ਹੈ ਕਿ ਜੇ ਕਿਸੇ ਦੀ ਸ਼ੋਭਾ ਯਾਤਰਾ ਨਿਕਲਦੀ ਹੈ ਤੇ ਉਹਦੇ ਤੇ ਪੱਥਰ ਸੁੱਟੇ ਜਾਣ? ਅਸੀਂ ਨਹੀਂ ਜਾਣਦੇ ਕਿ ਉੱਥੇ ਕੀ ਹੋਇਆ ਕੀ ਨਹੀਂ ਹੋਇਆ, ਪਰ ਜੋ ਨਜ਼ਰ ਆ ਰਿਹਾ ਉਹ ਇਹ ਹੈ ਕਿ ਦੋਨੋਂ ਹੀ ਧਿਰਾਂ ਦੋਸ਼ੀ ਹਨ। ਪਰ ਕੀ ਸਰਕਾਰ ਦਾ ਕਿਸੇ ਦੇ ਵੀ ਘਰਾਂ ਨੂੰ ਢਾਹ ਦੇਣਾ ਇਹ ਜਾਇਜ਼ ਹੈ? ਜਿਸ ਪਾਸੇ ਨੂੰ ਇਹ ਸਰਕਾਰਾਂ ਸਾਡੇ ਲੋਕਾਂ ਨੂੰ ਲੈ ਕੇ ਜਾ ਰਹੀਆਂ ਹਨ, ਇਹਦੇ ਲਈ ਸਿੱਧੇ ਤੌਰ ਤੇ ਸਰਕਾਰਾਂ ਦੋਸ਼ੀ ਹਨ। ਪਰ ਕੀ ਅਸੀਂ ਇਸ ਤਰੀਕੇ ਦੇ ਨਾਲ ਉਚਾਈ ਵੱਲ ਨੂੰ ਜਾ ਰਹੇ ਹਾਂ ਜਾਂ ਨਿਮਾਣ ਵੱਲ ਨੂੰ ਜਾ ਰਹੇ ਹਾਂ, ਜਾਂ ਫਿਰ ਕਿਤੇ ਅਸੀਂ ਵੀ ਆਪਣੇ ਮੁਲਕ ਨੂੰ ਹਿੰਦੂਵਾਦੀ ਮੁਲਕ ਬਣਾਉਂਦੇ ਕਿਤੇ ਤਾਲੀਬਾਨੀ ਦੇਸ਼ ਤਾਂ ਨਹੀਂ ਬਣਾ ਲਵਾਂਗੇ? ਇਹ ਜਿਹੜੀ ਆ ਸੋਚ ਦਾ ਵਿਸ਼ਾ ਹੈ। ਬਹੁਤ ਹੀ ਮਨ ਜਿਹੜਾ ਆ ਨੀਤਾ ਜੀ, ਤੁਸੀਂ ਯਕੀਨ ਕਰੋ ਕਿ ਅਸੀਂ ਬੇਸ਼ੱਕ ਬਾਈ ਬਰਥ ਹਿੰਦੂ ਹਾਂ, ਅਸੀਂ ਸਾਰੇ ਤਰ੍ਹਾਂ ਦੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਪਰ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਨੇ ਉਹ ਬਹੁਤ ਦੁਖੀ ਕਰਦੀਆਂ ਨੇ, ਬਹੁਤ ਜ਼ਿਆਦਾ ਪਰੇਸ਼ਾਨ ਕਰਦੀਆਂ ਜੀ। ਤੇ ਵੈਸੇ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਤੇ ਸਾਡਾ ਜਿਹੜਾ ਭਾਰਤ ਹੈ ਲੋਕਤੰਤਰ, ਉਹਨੂੰ ਸੈਕੂਲਰ ਸਟੇਟ ਕਿਹਾ ਜਾਂਦਾ ਹੈ, ਸੈਕੂਲਰ ਦੇਸ਼ ਕਿਹਾ ਜਾਂਦਾ ਹੈ। ਤੇ ਦੇਖੋ ਸਾਡੇ ਦੇਸ਼ ਵਿੱਚ ਕੀ ਵਾਪਰ ਰਿਹਾ। ਤੇ ਚਲੋ ਰੁਕ ਕਰਦੇ ਹਾਂ ਅਗਲੀ ਖਬਰ ਦੇ ਵੱਲ। ਪਿਛਲੇ ਸਾਲ ਭਾਰਤ ਵਿੱਚ ਪੈਗਾਸਸ ਜਿਹੜਾ ਜਸੂਸੀ ਮਾਮਲਾ ਹੈ ਉਹ ਕਾਫੀ ਹਲਚਲ ਚ ਰਿਹਾ, ਕਾਫੀ ਰੌਲਾ ਰੱਪਾ ਪੈਂਦਾ ਰਿਹਾ, ਤੇ ਅੱਜ ਕੱਲ੍ਹ ਇਹ ਫਿਰ ਕਿਉਂ ਹਾਈਲਾਈਟ ਹੋ ਰਿਹਾ, ਕਿਉਂ ਚਰਚਾ ਵਿੱਚ ਹੈ? ਬਿਲਕੁਲ ਨੀਤਾ ਜੀ, NSO ਇਜ਼ਰਾਈਲ ਦੀ ਇੱਕ ਕੰਪਨੀ ਹੈ ਜਿਹਨੇ ਇਹ ਸੌਫਟਵੇਅਰ ਬਣਾਇਆ ਸੀ ਪੈਗਾਸਸ। ਪੈਗਾਸਸ ਸ਼ਬਦ ਦਾ ਅਰਥ ਹੁੰਦਾ ਹੈ ਉੱਡਣ ਵਾਲਾ ਘੋੜਾ, ਪਰ ਇਹ ਇੱਕ ਅਜਿਹਾ ਜਸੂਸੀ ਸੌਫਟਵੇਅਰ ਸੀ ਜਿਹੜਾ ਕਿ ਇਜ਼ਰਾਈਲ ਨੇ ਬੜੇ ਮੁਲਕਾਂ ਨੂੰ ਵੇਚਿਆ। ਤੇ ਉਦੋਂ ਦੁਨੀਆ ਦੀਆਂ 16 ਜਾਂ 17 ਵੱਡੀਆਂ ਅਖਬਾਰਾਂ ਨੇ ਇੱਕ ਰਿਪੋਰਟ ਨਸ਼ਰ ਕੀਤੀ ਜਿਹਦੇ ਮੁਤਾਬਕ ਕਿਹਾ ਗਿਆ ਕਿ ਬਹੁਤ ਦੁਨੀਆ ਦੇ ਲੋਕਾਂ ਨੇ, ਬਹੁਤ ਦੁਨੀਆ ਦੀਆਂ ਸਰਕਾਰਾਂ ਨੇ ਇਸ ਸੌਫਟਵੇਅਰ ਨੂੰ ਇਜ਼ਰਾਈਲ ਤੋਂ ਖਰੀਦਿਆ ਤੇ ਆਪਣੇ ਦੇਸ਼ ਦੇ ਵਿੱਚ ਜਸੂਸੀ ਲਈ ਵਰਤਿਆ। ਪੈਗਾਸਸ ਇੰਨੇ ਸੋਹਣੇ ਤਰੀਕੇ ਨਾਲ ਜਸੂਸੀ ਕਰਦਾ ਸੀ ਨੀਤਾ ਜੀ ਕਿ ਜੇ ਮੇਰੇ ਕੋਲ ਪੈਗਾਸਸ ਵੀ ਹੋਵੇ ਤੇ ਤੁਹਾਡਾ ਨੰਬਰ ਵੀ ਹੋਵੇ ਤੇ ਮੈਂ ਤੁਹਾਡੇ ਨੰਬਰ ਨੂੰ ਪੈਗਾਸਸ 'ਚ ਪਾ ਦਿਆਂ ਤੇ ਤੁਹਾਡੇ ਫੋਨ ਦੀ ਸਾਰੀ ਡਿਟੇਲ ਜਿਹੜੀ ਆ ਉਹ ਮੇਰੇ ਕੋਲ ਆ ਜਾਂਦੀ ਸੀ, ਚਾਹੇ ਉਹ WhatsApp ਦੀ ਹੋਵੇ, ਚਾਹੇ ਤੁਹਾਡੇ ਫੋਨ ਕਰਨ ਦੀ ਹੋਵੇ, ਤੁਹਾਡੇ ਕਿਤੇ ਮੈਸੇਜ ਭੇਜਣ ਦੀ ਹੋਵੇ, ਚਾਹੇ ਤੁਹਾਡੇ ਕਿਤੇ ਜਾਣ ਦੀ ਹੋਵੇ। ਤੇ ਭਾਰਤ ਦੇ ਵਿੱਚ ਇਹਦਾ ਰੌਲਾ ਪਿਆ ਬਹੁਤ ਜ਼ਿਆਦਾ। 16 ਦੇ ਵਿੱਚ ਜਾਂ ਉਸ ਤੋਂ ਵੀ ਪਹਿਲਾਂ ਜਦੋਂ ਪ੍ਰਧਾਨ ਮੰਤਰੀ ਇਜ਼ਰਾਈਲ ਗਏ ਤੇ ਉੱਥੋਂ ਇਹਨਾਂ ਨੇ $2 ਅਰਬ ਦੇ ਰੱਖਿਆ ਸਮਝੌਤੇ ਕੀਤੇ ਇਜ਼ਰਾਈਲ ਦੇ ਨਾਲ ਤੇ ਕਿਹਾ ਜਾਂਦਾ ਕਿ ਭਾਰਤ ਨੇ ਉਦੋਂ ਇਹ ਉੱਥੋਂ ਖਰੀਦਿਆ ਸੀ। ਬਾਅਦ ਵਿੱਚ ਚੀਫ ਜਸਟਿਸ ਤੱਕ ਦੇ ਨੰਬਰ ਉਹਦੇ ਵਿੱਚੋਂ ਲੱਭੇ ਗਏ ਕਿ ਦੱਸਿਆ ਗਿਆ ਕਿ ਉਹ ਭਾਰਤ ਵਿੱਚ ਕੋਈ ਵੀ ਵਿਅਕਤੀ ਜਿਹੜਾ ਅਤੀ ਵਿਸ਼ਿਸ਼ਟ ਸੀ, ਜਿਹੜਾ ਮਸ਼ਹੂਰ ਸੀ, ਜਿਹੜਾ ਮਹੱਤਵਪੂਰਨ ਸੀ, ਜਿਹਦੀ ਫੋਨ ਦੀ ਗੱਲਬਾਤ, ਜਿਹਦੀ ਸੋਸ਼ਲ ਮੀਡੀਆ ਦੀ ਗੱਲਬਾਤ ਭਾਰਤ ਸਰਕਾਰ ਜਾਣਨਾ ਚਾਹੁੰਦੀ ਸੀ, ਉਹ ਇਸ ਫੋਨ ਤੋਂ ਬਚਿਆ ਨਹੀਂ ਰਿਹਾ।
ਚਾਹੇ ਉਹ ਪ੍ਰਸ਼ਾਂਤ ਕਿਸ਼ੋਰ ਦਾ ਨੰਬਰ ਹੋਵੇ, ਚਾਹੇ ਉਹ ਅਸ਼ਵਨੀ ਵੈਸ਼ਨਵ ਜਿਹੜੇ ਕਿ ਇਸੇ ਸਰਕਾਰ ਦੇ ਆਪਣੇ ਮੰਤਰੀ ਨੇ ਉਹਨਾਂ ਦਾ ਨੰਬਰ ਹੋਵੇ, ਚਾਹੇ ਰਾਹੁਲ ਗਾਂਧੀ ਦਾ ਨੰਬਰ ਹੋਵੇ, ਚਾਹੇ ਹਿੰਦੁਸਤਾਨ ਦੇ ਵੱਡੇ ਵੱਡੇ ਪੱਤਰਕਾਰਾਂ ਦੇ ਨੰਬਰ ਹੋਣ, ਚਾਹੇ ਉਹ ਵਾਇਰ ਵਰਗੀਆਂ ਸੰਸਥਾਵਾਂ ਦੇ ਪੱਤਰਕਾਰਾਂ ਦੇ ਨੰਬਰ ਹੋਣ, ਜਿਨ੍ਹਾਂ ਦੇ ਫੋਨਾਂ ਦੇ ਵਿੱਚ ਇਹ ਸੌਫਟਵੇਅਰ ਜਿਹੜਾ ਉਹ ਪਾਇਆ ਗਿਆ, ਤੇ ਚਾਹੇ ਉਹ ਕੋਈ ਸਮਾਜ ਸੇਵੀ ਸੰਸਥਾਵਾਂ ਦੇ ਲੋਕ ਹੋਣ ਜਿਹੜੇ ਕਿ ਭਾਰਤ ਵਿੱਚ ਵੱਖਰੇ ਵੱਖਰੇ ਪੱਧਰ ਤੇ ਆਪਣੇ ਆਪਣੇ ਪੱਧਰ ਤੇ ਲੋਕਾਂ ਦੀ ਭਲਾਈ ਲਈ ਕੰਮ ਕਰਦੇ ਸਨ ਤੇ ਸਰਕਾਰ ਨੂੰ ਲੱਗਦਾ ਸੀ ਕਿ ਇਹ ਸਾਡੇ ਖਿਲਾਫ ਬੋਲਦੇ ਨੇ। ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਇਸ ਸੌਫਟਵੇਅਰ ਨੂੰ ਬਲੈਕਲਿਸਟ ਕਰ ਦਿੱਤਾ ਗਿਆ। ਐਪਲ ਤੇ WhatsApp ਵਰਗੀਆਂ ਸੰਸਥਾਵਾਂ ਨੇ ਇਸ ਸੌਫਟਵੇਅਰ ਦੇ ਉੱਤੇ ਵੱਡੇ ਵੱਡੇ ਕੇਸ ਦਰਜ ਕੀਤੇ ਕਿ ਇਹ ਲੋਕਾਂ ਦੀ ਜਿਹੜੀ ਨਿੱਜਤਾ ਆ ਉਹਦਾ ਖਿਆਲ ਨਹੀਂ ਰੱਖਦੇ। ਜੀ। ਭਾਰਤ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਮੌਨਸੂਨ ਸੈਸ਼ਨ ਦੇ ਦੌਰਾਨ ਬਹੁਤ ਰੌਲਾ ਰੱਪਾ ਪਿਆ। ਭਾਰਤ ਸਰਕਾਰ ਨੂੰ ਸਵਾਲ ਪੁੱਛੇ ਗਏ, ਉਹਨਾਂ ਨੇ ਜਵਾਬ ਨਹੀਂ ਦਿੱਤਾ। ਸੁਪਰੀਮ ਕੋਰਟ 'ਚ ਕੇਸ ਦਰਜ ਹੋਇਆ ਪੈਗਾਸਸ ਨੂੰ ਲੈ ਕੇ। ਸੁਪਰੀਮ ਕੋਰਟ ਨੇ ਸੁਣਵਾਈ ਕੀਤੀ। ਸੁਪਰੀਮ ਕੋਰਟ ਨੇ ਭਾਰਤ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਕਿ ਤੁਸੀਂ ਸੱਚਾਈ ਦੱਸੋ, ਨਹੀਂ ਤਾਂ ਅਸੀਂ ਤਕਨੀਕੀ ਕਮੇਟੀ ਬਣਾ ਦੇਵਾਂਗੇ। ਉਹ ਤਕਨੀਕੀ ਕਮੇਟੀ ਅੱਜ ਤੱਕ ਨਹੀਂ ਬਣੀ ਤੇ ਭਾਰਤ ਸਰਕਾਰ ਨੇ ਨਾ ਤੇ ਇਸ ਸੌਫਟਵੇਅਰ ਨੂੰ ਖਰੀਦਣ ਤੇ ਕਦੇ ਹਾਂ ਕੀਤੀ ਆ ਤੇ ਨਾ ਹੀ ਨਾ ਕੀਤੀ ਆ, ਜਦ ਕਿ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਬਣਾ ਕੇ ਇਸ ਗੱਲ ਤੋਂ ਮੁੱਕਰ ਜ਼ਰੂਰ ਗਏ ਕਿ ਅਸੀਂ ਦੱਸ ਨਹੀਂ ਸਕਦੇ ਕਿ ਅਸੀਂ ਇਹਨੂੰ ਕਿੱਥੇ ਵਰਤਿਆ ਤੇ ਕਿੱਥੇ ਨਹੀਂ ਵਰਤਿਆ। ਹੁਣ ਇਹ ਤਾਂ ਸੀਗਾ ਇਤਿਹਾਸ। ਜੇ ਅੱਜ ਦੀ ਗੱਲ ਕਰੀਏ ਕਿ ਪੈਗਾਸਸ ਚਰਚਾ 'ਚ ਕਿਉਂ ਆਇਆ, ਪੈਗਾਸਸ ਨੇ ਪੈਸੇ ਬਹੁਤ ਕਮਾ ਲਏ, ਬਹੁਤ ਦੁਨੀਆ ਦੇ ਦੇਸ਼ਾਂ ਨੂੰ ਵੇਚਿਆ। ਉਹ ਹਾਲਾਂਕਿ ਕਹਿੰਦੇ ਸੀ ਕਿ ਅਸੀਂ ਸਿਰਫ ਸਰਕਾਰਾਂ ਨੂੰ ਵੇਚਦੇ ਹਾਂ ਤੇ ਇਸ ਸਰਕਾਰਾਂ ਨੂੰ ਇਸ ਗੱਲ ਲਈ ਜ਼ਿੰਮੇਵਾਰ ਬਣਾਉਂਦੇ ਆ ਕਿ ਤੁਸੀਂ ਉੱਥੇ ਹੀ ਵਰਤੋ ਜਿੱਥੇ ਦੇਸ਼ ਦੀ ਸੁਰੱਖਿਆ ਲਈ ਖਤਰਾ ਹੋਵੇ। ਪਰ ਦੇਖਦੇ ਆ ਜਦੋਂ ਤਾਕਤ ਤੁਹਾਡੇ ਕੋਲ ਆ ਜਾਂਦੀ ਹੈ ਫਿਰ ਤੁਸੀਂ ਉਹਨੂੰ ਆਪਣੇ ਮੁਫਾਦ ਲਈ ਤੇ ਵਰਤਦੇ ਹੀ ਹਾਂ। ਹੁਣ ਪੈਗਾਸਸ ਦਾ ਇਹ ਕਹਿਣਾ ਆ ਕਿ ਜੁਲਾਈ 21 ਤੋਂ ਬਾਅਦ, ਯਾਨੀ ਕਿ ਲਗਭਗ 2 ਮਹੀਨੇ ਰਹਿ ਗਏ ਤੇ 1 ਸਾਲ ਹੋ ਗਿਆ, ਪੈਗਾਸਸ ਕੋਲ ਕੋਈ ਨਵਾਂ ਗਾਹਕ ਨਹੀਂ ਆਇਆ। ਨੋਵਲ ਪਿੰਨਾ ਇੱਕ ਕੰਪਨੀ ਆ ਜਿਨ੍ਹਾਂ ਨੇ 3 ਸਾਲ ਪਹਿਲਾਂ ਇਹ ਕੰਪਨੀ ਜਿਹੜੀ ਆ ਸੌਫਟਵੇਅਰ ਇਹਦੇ ਵਿੱਚ $100 ਅਰਬ ਦਾ ਨਿਵੇਸ਼ ਕੀਤਾ ਸੀ ਤੇ ਇਹਨੂੰ ਖਰੀਦਿਆ ਸੀ। ਉਹ ਹੁਣ ਕਹਿੰਦੇ ਆ ਕਿ ਪੈਗਾਸਸ ਦੀ ਮਾਰਕੀਟ ਵੈਲਿਊ ਜਿਹੜੀ ਆ ਇਜ਼ਰਾਈਲ ਦੇ ਵਿੱਚ ਉਹ 0 ਹੋ ਗਈ ਆ, ਇਹਦੇ 'ਚ ਪੈਸਾ ਕੋਈ ਨਹੀਂ ਰਿਹਾ। ਤੇ ਦੇਖੋ ਕਹਾਣੀ ਕਿੱਥੇ ਪਹੁੰਚੀ ਆ ਕਿ ਕਦੇ ਇਹ ਜਿਹੜੀ ਕੰਪਨੀ ਆ ਉਹ ਅਰਬਾਂ ਡਾਲਰ ਦਾ ਵਪਾਰ ਕਰਦੀ ਸੀ ਤੇ ਕੁਝ ਅਖਬਾਰਾਂ ਨੇ ਉਹਦਾ ਜਿਹੜਾ ਸੱਚ ਸਾਹਮਣੇ ਲੈ ਆਂਦਾ। BRG ਵਰਗੀਆਂ ਸੰਸਥਾਵਾਂ ਇਹਦਾ ਆਡਿਟ ਕਰਕੇ ਦੱਸ ਚੁੱਕੀਆਂ ਨੇ ਕਿ ਇਹਦੀ ਜਿਹੜੀ ਮਾਰਕੀਟ ਵੈਲਿਊ ਆ ਉਹ 0 ਹੋ ਗਈ। ਇੱਕ ਵੱਡਾ ਸੌਫਟਵੇਅਰ ਸੀ, ਵੱਡੀ ਤਕਨੀਕੀ ਖੋਜ ਸੀ। ਜੇਕਰ ਇਹਨੂੰ ਸਿਰਫ ਔਰ ਸਿਰਫ ਦੇਸ਼ ਵਿਰੋਧੀ ਤਾਕਤਾਂ, ਚਾਹੇ ਉਹ ਅੱਤਵਾਦੀ ਸਨ, ਚਾਹੇ ਉਹ ਦੇਸ਼ ਵਿਰੋਧੀ ਕੁਝ ਹੋਰ ਦੇਸ਼ ਦੇ ਵਿੱਚ ਅਨਸਰ ਸਨ, ਉਹਨਾਂ ਲਈ ਵਰਤਿਆ ਜਾਂਦਾ ਤੇ ਬੜੇ ਕਮਾਲ ਦੀ ਚੀਜ਼ ਹੁੰਦੀ। ਪਰ ਕਿਉਂਕਿ ਲੋਕਾਂ ਨੇ, ਸਰਕਾਰਾਂ ਨੇ, ਦੇਸ਼ਾਂ ਨੇ ਇਹਨੂੰ ਵੱਖ-ਵੱਖ ਤਰੀਕਿਆਂ ਨਾਲ ਵਰਤਿਆ ਭਾਰਤ ਵਿੱਚ, ਤੇ ਇਹ ਜਿਹੜੀ ਔਰਤ ਨੇ ਸੁਪਰੀਮ ਕੋਰਟ ਦੇ ਕਿਸੇ ਜੱਜ ਦੇ ਖਿਲਾਫ ਦੋਸ਼ ਲਾਏ ਸੀ ਉਹਨਾਂ ਦੇ ਫੋਨ ਦੇ ਵਿੱਚ ਵੀ ਪਾਇਆ ਗਿਆ। ਤੇ ਹੁਣ ਪੈਗਾਸਸ ਜਿਹੜਾ ਆ ਉਹ ਇੱਕ ਤੁਸੀਂ ਇਦਾਂ ਕਹਿ ਲਓ ਕਿ 0 ਵੈਲਿਊ ਵਾਲੀ ਚੀਜ਼ ਬਣ ਕੇ ਰਹਿ ਗਿਆ। ਹਾਲਾਂਕਿ ਪੈਗਾਸਸ ਕੰਪਨੀ ਦੇ ਲੋਕਾਂ ਦਾ ਇਹ ਕਹਿਣਾ ਆ ਕਿ ਨਹੀਂ, ਇਹਦੇ ਗਾਹਕ ਬਹੁਤ ਨੇ, ਪਰ ਅਸਲੀਅਤ ਇਹੀ ਰਿਪੋਰਟ ਜਿਹੜੀ ਆ ਹੁਣ ਵੀ ਨਿਊਯਾਰਕ ਟਾਈਮਜ਼ ਦੀ ਜਾਂ ਵਾਸ਼ਿੰਗਟਨ ਤੋਂ ਆਈ ਆ ਕਿ ਇਹਦੇ ਵਿੱਚ ਜਿਹੜੀ ਇਹਦੀ ਮਾਰਕੀਟ ਵੈਲਿਊ ਆ ਉਹ ਬਹੁਤ ਜਿਹੜੀ ਆ ਉਹ ਘਟ ਗਈ ਆ। ਜੀ ਸ਼ਰਮਾ ਜੀ, ਪ੍ਰੋਗਰਾਮ ਦਾ ਜਿਹੜਾ ਵਕਤ ਹੈ ਸਾਨੂੰ ਇਜਾਜ਼ਤ ਨਹੀਂ ਦਿੱਤਾ ਕਿ ਆਪਾਂ ਥੋੜੇ ਜਿਹੇ ਹੋਰ ਤੇ ਮਸਲੇ ਜਿਹੜੇ ਹੈਗੇ ਚਰਚਾ ਕਰ ਲਈਏ ਜਾਂ ਇਹਨਾਂ ਦਾ ਕੋਈ ਹੋਰ ਹੱਲ ਲੱਭ ਲਈਏ, ਗੱਲਬਾਤ ਕਰ ਲਈਏ, ਤੇ ਆਪਾਂ ਬਾਕੀ ਦੇ ਮਸਲੇ ਜਿਹੜੇ ਅਗਲੇ ਪ੍ਰੋਗਰਾਮ ਲਈ ਰੱਖਦੇ ਹਾਂ। ਤੇ ਉਹਦੇ ਲਈ ਆਪਾਂ ਨੂੰ ਅੱਜ ਦੇ ਪ੍ਰੋਗਰਾਮ ਨੂੰ ਇੱਥੇ ਹੀ ਖਤਮ ਕਰਨਾ ਪਏਗਾ। ਨਵੇਂ ਪ੍ਰੋਗਰਾਮ ਵਿੱਚ ਨਵੇਂ ਵਿਚਾਰਾਂ ਨਾਲ, ਨਵੀਆਂ ਖਬਰਾਂ ਨਾਲ ਇੱਕ ਵਾਰ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।